बिस्मिल्लाहिर्रहमानिर्रहीम अस्सलाम वालेकुम। खेडਾਂ ਦੇ ਨਾਲ मैं हाँ मुफाज करीम। नाज़रीन, ਆਸਟ੍ਰੇਲੀਆ ने पाकिस्तान ਨੂੰ ਦੂਜੇ ਵਨਡੇ ਮੈਚ ਵਿੱਚ 41 ਰਨਸ ਤੋਂ ਸ਼ਿਕਸਤ ਦੇਤੀ। ਜੇ ਮੈਚ ਦੇ ਸਟੈਟਸ ਬਾਰੇ ਤੁਹਾਨੂੰ ਦੱਸੀਏ ਤੇ 232 ਰਨਸ ਦਾ ਸਾਨੂੰ ਟਾਰਗੇਟ ਲੱਭਿਆ। ਜੋਸ਼ ਇੰਗਲਿਸ਼ ਕਪਤਾਨ ਦੀ ਗੱਲ ਕਰਦੇ ਨਹੀਂ, ਇਹਨਾਂ ਨੇ 51 ਰਨਸ ਬਣਾਏ ਨੇ। ਤੇ ਤੁਹਾਨੂੰ ਯਾਦ ਹੋਏਗਾ ਚੈਂਪੀਅਨਸ ਟਰਾਫੀ 2025 ਵਿੱਚ ਇੰਗਲੈਂਡ ਦੇ ਖਿਲਾਫ ਇਹਨਾਂ ਨੇ 121 ਨਾਕਾਬਲੇ ਸ਼ਿਕਸਤ ਰਨਸ ਬਣਾਏ ਸੀਗੇ ਤੇ ਪੁਰਾਣੀ ਇੰਟੈਂਟ ਇਹਨਾਂ ਦੀ ਨਜ਼ਰ ਆਈ ਹੈ। ਕੈਮਰਨ ਗ੍ਰੀਨ ਦੀ ਗੱਲ ਕਰਦੇ ਹਾਂ, ਇਹਨਾਂ ਨੇ 53 ਰਨਸ ਬਣਾਏ ਨੇ। ਤੇ ਤੁਹਾਨੂੰ ਇਹ ਵੀ ਯਾਦ ਹੈ ਕਿ IPL ਦੇ ਸਭ ਤੋਂ ਮਹਿੰਗੇ ਖਿਡਾਰੀ ਸਨ। ਇਹਨਾਂ ਤੋਂ ਡਰ ਵੀ ਲੱਗਦਾ ਪਿਆ ਸੀ, ਲੇਕਿਨ ਸਲੋ ਖੇਡਿਆ, ਲੇਕਿਨ ਪਿਚ ਦੇ ਲਿਹਾਜ਼ ਨਾਲ ਇਹਨਾਂ ਨੇ ਸ਼ਾਨਦਾਰ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਹੈ। ਲੱਗਦਾ ਪਿਆ ਸੀ ਕਿ ਆਸਟ੍ਰੇਲੀਆਵੀ ਖਿਡਾਰੀਆਂ ਦੇ ਜ਼ਿਹਨ ਵਿੱਚ ਇੱਕ ਹੀ ਗੱਲ ਸੀ ਕਿ ਅਸੀਂ ਓਵਰ ਖੇਡਣੇ, ਟਾਰਗੇਟ ਦੀ ਕੋਈ ਟੈਨਸ਼ਨ ਨਹੀਂ ਹੈ। ਆਫ ਦਾ ਸਕਰੀਨ ਵੀ ਅਸੀਂ ਇਹ ਗੱਲ ਕਰਦੇ ਪਏ ਸਾਂ ਕਿ 230 ਤੇ 240 ਦਾ ਟਾਰਗੇਟ ਹੈ, ਬਿਹਤਰੀਨ ਟਾਰਗੇਟ ਹੋਏਗਾ। ਤੇ ਪਾਕਿਸਤਾਨੀ ਅਸੀਂ ਬੋਲਰ ਦੀ ਗੱਲ ਕਰੀਏ ਤੇ ਸ਼ਾਹੀਨ ਸ਼ਾਹ ਅਫਰੀਦੀ ਨੇ 3, ਹਾਰਿਸ ਰਊਫ ਤੇ ਅਬਰਾਰ ਅਹਿਮਦ ਨੇ 2-2 ਵਿਕਟਾਂ ਹਾਸਿਲ ਕੀਤੀਆਂ। ਫਿਰ ਜਦੋਂ ਪਾਕਿਸਤਾਨੀ ਟੀਮ ਟਾਰਗੇਟ ਚੇਸ ਕਰਨ ਆਈ, ਅਸੀਂ ਇਹ ਕਹਿ ਰਹੇ ਸਨ ਕਿ ਜੀ ਕੰਫਰਟੇਬਲੀ ਸਾਡੀ ਟੀਮ ਇਹ ਚੇਸ ਕਰ ਲੇਗੀ, ਲੇਕਿਨ ਸਾਡੇ ਮੁੰਡਿਆਂ ਦੇ ਹੱਥ ਪੈਰ ਹੀ ਫੁੱਲ ਗਏ। ਸਾਇਦ ਫਰਹਾਨ 3 ਰਨਸ ਬਣਾ ਕੇ ਆਊਟ ਹੋਏ ਨੇ ਤੇ ਨਾਲ ਮਾਸ ਸਦਾਕਤ ਦੀ ਸਿਲੈਕਸ਼ਨ ਉੱਤੇ ਜੀ ਹੁਣ ਸਵਾਲੀਆ ਨਿਸ਼ਾਨ ਲੱਗ ਗਿਆ। ਕੁਝ ਲੋਕ ਤਾਂ ਇਹ ਕਹਿ ਰਹੇ ਕਿ ਸਾਈਮ ਅਯੂਬ ਦੀ T20 ਦੀ ਪਰਫਾਰਮੈਂਸ ਤੇ ਅੱਛੀ ਨਹੀਂ ਸੀਗੀ, ਲੇਕਿਨ ODI ਤੋਂ ਉਹਨੂੰ ਬਾਹਰ ਕੱਢਣਾ ਸਮਝ ਤੋਂ ਬਾਹਰ ਹੈ। ਤੇ ਮਾਸ ਨੇ ਸਾਨੂੰ ਬਿਲਕੁਲ ਹੀ ਮਾਯੂਸ ਕੀਤਾ ਹੈ, ਬੋਲ ਨੂੰ ਜੱਜ ਨਹੀਂ ਕਰ ਸਕੇ ਤੇ ਫਿਰ ਕਲੀਨ ਬੋਲਡ ਹੋ ਗਏ ਨੇ। ਸਟਾਰ ਬੈਟਰ ਬਾਬਰ ਆਜ਼ਮ ਉਮੀਦਾਂ ਦੇ ਮਰਕਜ਼ ਸਨ, 16 ਰਨਸ ਬਣਾ ਕੇ ਉਹ ਵੀ ਆਊਟ ਹੋਏ ਨੇ। ਤੇ ਸ਼ਾਦਾਬ ਖਾਨ ਦੀ ਜੀ ਇੱਥੇ ਤਾਰੀਫ ਤੇ ਬਣਦੀ ਹੈ ਕਿ ਬੋਲਿੰਗ ਤੇ ਉਹਨਾਂ ਦੀ ਨਹੀਂ ਚੱਲ ਸਕੀ, ਮੁਸਲਸਲ 5 ਮੈਚ ਖੇਡ ਲਏ ਨੇ ਉਹਨਾਂ ਨੇ, ਲੇਕਿਨ ਇੱਕ ਵਿਕਟ ਵੀ ਆਪਣੇ ਨਾਂ ਨਹੀਂ ਕੀਤੀ। ਲੇਕਿਨ ਬੈਟਿੰਗ ਵਿੱਚ ਉਹਨਾਂ ਦਾ ਕਲਬੱਲਾ ਚੱਲ ਗਿਆ। 71 ਰਨਸ ਦੀ ਨਾਕਾਬਲੇ ਸ਼ਿਕਸਤ ਇਨਿੰਗਸ ਉਹਨਾਂ ਨੇ ਖੇਡੀ ਹੈ, ਲੇਕਿਨ ਉਹ ਵੀ ਫਿਰ किसी खाते ना आई तो पाकिस्तान यह मैच हार गया। हम तीजा मैच कल खेड़ा जाएगा, जोड़ा फैसला कुन मैच होएगा, हाउस फिल पैक्ड होएगा। हर किसी यही कोशिश है कि पाकिस्तान सीरीज़ जीते, लेकिन हुण कुछ लोग जो है कह रहे सन कि जी आस्ट्रेलिया की C टीम आई है, मैनूं नहीं लगता कि वो गल करनगे। जाफर साहब साडे नाल मौजूद ने। जाफर साहब वत जी आए नूं किदां वेखदे हो पाकिस्तान की हार नूं? असीं तो यही गल करते पे सां ऑफ दी स्क्रीन कि 230 240 अच्छा टारगेट होएगा। फिर आस्ट्रेलियन टीम ने बड़े शानदार अंदाज नाल बॉलिंग की। एडम जैम्पा नूं भी उन्होंने सही तरह यूटिलाइज़ किया, अपने जोड़े स्पिनर सीगे वो भी उन्होंने पावर प्ले विच इस्तेमाल किए। जी मुफाद साहब, सब तो पहले तुहाडा बहुत बहुत शुक्रिया। जे पाकिस्तान दी ते आस्ट्रेलिया दे कल दी मैच की गल करिए ते एक बारी फिर कौम ਨੂੰ ਉਹਨਾਂ ਨੇ ਮਾਯੂਸ ਕੀਤਾ ਸਾਡੀ ਕ੍ਰਿਕਟ ਟੀਮ ਨੇ, ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਪਹਿਲੇ ਆਂਦੇ ਨੇ। ਇੱਕ ਅੱਧਾ ਅੱਛਾ ਮੈਚ ਆਂਦਾ ਹੈ, ਕੌਮ ਦੀਆਂ ਫਿਰ ਉਮੀਦਾਂ ਵੱਧ ਜਾਂਦੀਆਂ ਨੇ ਤੇ ਫਿਰ ਉਮੀਦਾਂ ਵਧਣ ਤੋਂ ਬਾਅਦ ਫਿਰ ਇਹ ਹੁੰਦਾ ਕਿ ਨਤੀਜਾ ਹੁੰਦਾ ਕਿ ਅਗਲੇ ਮੈਚ 'ਚ, ਅਗਲੀ ਸੀਰੀਜ਼ 'ਚ ਅਸੀਂ ਫਿਰ ਉਸੇ ਸਿਫਰ ਕਾਰਕਰਦਗੀ ਦੇ ਉੱਤੇ ਆ ਜਾਂਦੇ ਹਾਂ। ਜੇ ਕੱਲ ਦੀ ਗੱਲ ਕੀਤੀ ਜਾਏ ਤੇ ਸਭ ਤੋਂ ਪਹਿਲੇ ਤੇ ਪਾਕਿਸਤਾਨ ਦੇ ਕਪਤਾਨ ਦੀ ਗੱਲ ਕੀਤੀ ਜਾਏ ਕਿ ਉਹਨਾਂ ਨੇ ਟਾਸ ਜਿੱਤ ਕੇ ਇੱਕ ਵਾਰੀ ਫੇਰ ਫੀਲਡਿੰਗ ਦਾ ਫੈਸਲਾ ਕੀਤਾ। ਸ਼ਾਇਦ ਉਹਨਾਂ ਨੂੰ ਲੱਗਿਆ ਸੀ ਕਿ ਜੇ ਰਾਵਲਪਿੰਡੀ ਦੀ ਪਿੱਚ ਦੇ ਉੱਤੇ ਸਾਡੇ ਬॉलर्स ਨੇ ਐਕਸਟਰਾਆਰਡਨਰੀ ਪਰਫਾਰਮ ਕੀਤਾ ਸੀ ਤੇ ਉਸ ਤੋਂ ਬਾਅਦ ਲਾਹੌਰ ਦੀ ਪਿੱਚ ਵੀ ਉਂਝਾ ਹੀ ਬਿਹੇਵ ਕਰੇਗੀ। ਥੋੜਾ ਬਹੁਤ ਲਾਹੌਰ ਦੀ ਪਿੱਚ ਨੇ ਉਂਝਾ ਬਿਹੇਵ ਕੀਤਾ, ਲੇਕਿਨ ਐਜ਼ ਇਟ ਇਜ਼ ਉਹ ਬਿਹੇਵ ਨਹੀਂ ਕੀਤਾ। ਉਹ ਪਿੱਚ ਦੀ ਬਿਹੇਵੀਅਰ ਉਹ ਨਹੀਂ ਰਿਹਾ ਜਿਹੜਾ ਰਾਵਲਪਿੰਡੀ ਦੇ ਵਿੱਚ ਸੀ ਤੇ ਸਪਿਨਰਸ ਨੂੰ ਬਹੁਤ ਜ਼ਿਆਦਾ ਮਦਦ ਮਿਲ ਰਹੀ ਸੀ। ਅਰਫਾਤ ਮਹਾਜ਼ ਨੇ 5 ਵਿਕਟਾਂ ਲਈਆਂ ਤੇ ਸਿਰਫ 200 ਤੱਕ ਆਸਟ੍ਰੇਲੀਆ ਦੀ ਟੀਮ ਨੂੰ ਅਸੀਂ ਮਹਿਦੂਦ ਕਰਤਾ। ਸ਼ਾਹੀਨ ਸ਼ਾਹ ਅਫਰੀਦੀ ਦੇ ਜ਼ਿਹਨ 'ਚ ਇਹੋ ਹੀ ਗੱਲ ਸੀ ਕਿ ਸ਼ਾਇਦ ਲਾਹੌਰ 'ਚ ਵੀ ਇੰਝ ਹੋਏਗਾ ਤੇ ਮੈਂ ਦੁਬਾਰਾ ਟਾਸ ਜਿੱਤਾਂਗਾ, ਫਿਰ ਮੈਂ ਫੀਲਡਿੰਗ ਵੱਲ ਜਾ ਰਿਹਾ, ਅਸੀਂ ਚੇਸ ਕਰ ਲਾਂਗੇ, ਲੇਕਿਨ ਇੱਥੇ ਇੰਝ ਨਹੀਂ ਹੋਇਆ। ਦੂਜੀ ਗੱਲ ਜੇ ਕੀਤੀ ਜਾਏ ਆਸਟ੍ਰੇਲੀਆ ਟੀਮ ਦੀ, ਸਭ ਤੋਂ ਪਹਿਲਾਂ ਉਹਨਾਂ ਦੀ ਬੈਟਿੰਗ ਤੇ ਆ ਜਾਈਏ ਤਾਂ ਉਹਨਾਂ ਦੀ ਬੈਟਿੰਗ ਬਹੁਤ ਸ਼ਾਨਦਾਰ ਰਹੀ। ਤੁਸੀਂ ਵੇਖਿਆ ਉਹਨਾਂ ਦੇ ਓਪਨਰ ਨੂੰ ਪਹਿਲੀ ਗੇਂਦ ਤੇ ਸ਼ਾਹੀਨ ਸ਼ਾਹ ਅਫਰੀਦੀ ਨੇ ਪਵਲੀਅਨ ਦੀ ਰਾਹ ਵਿਖਾਈ। ਉਸ ਤੋਂ ਬਾਅਦ ਉਹਨਾਂ ਦੇ ਦੂਜੇ ਓਪਨਰ ਵੀ ਕੋਈ ਖਾਸ ਨਹੀਂ ਚੱਲ ਸਕੇ, ਲੇਕਿਨ ਜਿਹੜੇ ਉਹਨਾਂ ਦੇ ਕਪਤਾਨ ਜੋਸ਼ ਇੰਗਲਿਸ਼ ਨੇ, ਉਸ ਤੋਂ ਬਾਅਦ ਉਹਨਾਂ ਨੇ ਜਦੋਂ ਬੈਟਿੰਗ ਕਰਨ ਲਈ ਆਏ ਨੇ ਤੇ ਇੰਤਹਾਈ ਜ਼ਿੰਮੇਦਾਰਾਨਾ, ਬਲਕਿ ਉਹਨਾਂ ਨੂੰ ਕੈਪਟਨਸ ਇਨਿੰਗ ਕਹੀਏ ਤਾਂ ਬਿਲਕੁਲ ਗਲਤ ਨਹੀਂ, ਉਹਨਾਂ ਨੇ ਕੈਪਟਨਸ ਇਨਿੰਗ ਖੇਡੀ ਤੇ ਉੱਥੋਂ ਟੀਮ ਨੂੰ ਬਿਲਡ ਕੀਤਾ। ਫਿਰ ਉਸ ਤੋਂ ਬਾਅਦ ਉਹਨਾਂ ਦਾ ਸਾਥ ਖੂਬ ਵਧਾਇਆ ਹੈ ਕੈਮਰਨ ਗ੍ਰੀਨ ਨੇ, ਜਿਹੜੇ IPL ਦੇ ਸਭ ਤੋਂ ਮਹਿੰਗੇ ਆਲਰਾਊਂਡਰ ਵੀ ਰਹੇ ਨੇ। ਉਹਨਾਂ ਵੀ ਕੱਲ ਬੜੇ ਡੇਂਜਰਸ ਮੂਡ 'ਚ, ਜਿਵੇਂ ਤੁਸੀਂ ਆਪਣੇ ਪਹਿਲੇ ਵੀ ਆਪਣੀ ਗੱਲ ਦਾ ਜ਼ਿਕਰ ਕਰ ਚੁੱਕੇ ਹੋ, ਬੜੇ ਡੇਂਜਰਸ ਮੂਡ 'ਚ ਲੱਗ ਰਹੇ ਸਨ ਤੇ ਉਹਨਾਂ ਬੜੇ ਅੱਛੇ ਤਰੀਕੇ ਨਾਲ ਆਪਣੀ ਇਨਿੰਗ ਨੂੰ ਥੋੜਾ ਕਰਕੇ ਬਿਲਡ ਕੀਤਾ ਤੇ ਉਹ 50 ਕਰ ਗਏ। ਤੇ ਉਹਨਾਂ ਨੇ ਵਾਕਈ ਇਹ ਪਲਾਨ ਕੀਤਾ ਹੋਇਆ ਸੀ ਆਸਟ੍ਰੇਲੀਆ ਨੇ, ਕਿਉਂਕਿ ਅੱਛੀ ਟੀਮ ਉਹ ਹੁੰਦੀ ਹੈ ਜਿਹੜੀ ਕੰਡੀਸ਼ਨਸ ਦੇ ਮੁਤਾਬਕ ਪਲਾਨ ਕਰੇ। ਇਹ ਕੋਈ ਤਰੀਕਾ ਨਹੀਂ ਕਿ ਤੁਸੀਂ ਜਾਣਾ ਹੈ ਤੇ ਤੁਸੀਂ ਜਾ ਕੇ ਹਿੱਟ ਮਾਰਨੀ ਹੈ, ਭਾਵੇਂ ਗੇਂਦ ਬੱਲੇ ਤੇ ਆਏ ਨਾ ਆਏ, ਤੁਸੀਂ ਹਿੱਟ ਮਾਰਨੀ ਹੈ, ਤੁਸੀਂ 6-7 ਦਾ ਰਨ ਰੇਟ ਮੇਨਟੇਨ ਕਰਨਾ ਤੇ ਉਹਦੇ 'ਚ ਆਪਣੀਆਂ ਵਿਕਟਾਂ ਗਵਾਉਣੀਆਂ ਨੇ। ਉਹਦਾ ਨਤੀਜਾ ਕੀ ਨਿਕਲਦਾ, ਬੋਰਡ ਤੇ ਅੱਛਾ ਟੋਟਲ ਨਹੀਂ ਲੱਗਦਾ। ਆਸਟ੍ਰੇਲੀਆ ਪ੍ਰੋਪਰ ਪਲੈਨਿੰਗ ਨਾਲ, ਪ੍ਰੋਪਰ ਮਨਸੂਬਾਬੰਦੀ ਨਾਲ ਕੱਲ ਗਰਾਊਂਡ 'ਚ ਉਤਰੀ ਹੈ ਕਿ ਉਹਨਾਂ ਨੇ ਬਿਲਕੁਲ ਸੋਚਿਆ ਹੋਇਆ ਸੀ ਕਿ ਅਸੀਂ ਪੰਜਾਬ ਵਰ ਪੂਰੇ ਖੇਡਦੇ ਨੇ, ਜੇ ਅਸੀਂ ਪੰਜਾਬ ਵਰ ਖਲੋਤੇ ਰਹਾਂਗੇ, ਅਸੀਂ ਉਹਨਾਂ ਨੂੰ ਪੂਰੇ ਪੰਜਾਬ ਵਰ ਖੇਡਾਂਗੇ ਤੇ ਸਾਨੂੰ ਬਿਲਕੁਲ ਇੰਨਾ ਕੁ ਟੋਟਲ ਮਿਲ ਜਾਏਗਾ ਜਿਹਨੂੰ ਅਸੀਂ ਈਜ਼ੀਲੀ, ਜਿਹਦਾ ਅਸੀਂ ਦਫਾ ਕਰ ਸਕਾਂਗੇ, ਉਹਨੂੰ ਡਿਫੈਂਡ ਕਰ ਸਕਾਂਗੇ। ਉਸ ਤੋਂ ਬਾਅਦ ਬੜੀ ਅੱਛੀ ਬੈਟਿੰਗ ਦੀ ਉਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ, ਉਹਨਾਂ ਦੇ 2-3 ਬੱਲੇਬਾਜ਼ ਉਹਨਾਂ ਨੇ ਜ਼ਿੰਮੇਦਾਰੀ ਵਾਈ ਉਹ ਘਾਟੇ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਆਪਣੇ ਗੇਂਦਬਾਜ਼ਾਂ ਦੀ, ਤਾਂ ਉਹਨਾਂ ਇੱਕ ਵਾਰੀ ਫੇਰ ਕਦਰੇ ਬਿਹਤਰ ਕਾਰਕਰਦਗੀ ਵਾਈ ਹੈ।
ਉਹਨਾਂ ਨੂੰ ਬਿਲਕੁਲ ਟੌਪ ਕਲਾਸ ਕਾਰਕਰਦਗੀ ਤੁਸੀਂ ਨਹੀਂ ਕਹਿ ਸਕਦੇ, ਕਿਉਂਕਿ ਦੇਖੋ ਜਿਹੜੀ ਪਿਚ ਸੀ ਉਹ ਬਾਲਰਸ ਨੂੰ ਸਪੋਰਟ ਕਰ ਰਹੀ ਸੀ। ਜਦੋਂ ਪਿਚ ਬਾਲਰ ਨੂੰ ਸਪੋਰਟ ਕਰ ਰਹੀ ਹੋਏ ਉੱਥੇ ਫਿਰ ਤੁਹਾਨੂੰ ਚਾਹੀਦਾ ਹੈ ਕਿ ਐਕਸਟਰਾ ਆਰਡੀਨਰੀ ਪਰਫਾਰਮੈਂਸ ਦਿਓ। ਤੁਸੀਂ ਉੱਥੇ ਸ਼ਹਿਨਸ਼ਾਹ ਅਫਰੀਦੀ ਨੇ ਇੱਕ ਪਹਿਲੀ ਵਿਕਟ ਲਈ, ਉਸ ਤੋਂ ਬਾਅਦ ਉਹਨੇ 2 ਵਿਕਟਾਂ ਥੱਲੇ ਜਾ ਕੇ ਟੇਲ ਐਂਡਰਸ ਦੀਆਂ ਨੇ। ਤੁਸੀਂ ਗੱਲ ਬਿਲਕੁਲ ਦੁਰਸਤ ਕੀਤੀ ਹੈ ਜਾਫਰ ਸਾਹਿਬ। ਜੇ ਅਸੀਂ ਸਪਿਨਰਸ ਦੀ ਗੱਲ ਕਰੀਏ, ਉਹਨਾਂ ਨੇ ਐਡਮ ਜ਼ੈਂਪਾ ਨੂੰ ਮੌਕਾ ਦਿੱਤਾ ਕਿਉਂਕਿ ਸਲੋ ਟਰਨਿੰਗ ਟਰੈਕ ਸੀਗੀ। ਅਸੀਂ ਸੁਫਿਆਨ ਮੁਕੀਮ ਨੂੰ ਕਿਉਂ ਮੌਕਾ ਨਹੀਂ ਦੇ ਰਹੇ? ਮਤਲਬ ਕੰਸਿਸਟੈਂਟਲੀ ਉਹਨੇ ਪਰਫਾਰਮ ਕੀਤਾ ਹੈ PSL ਵਿੱਚ ਤੇ ਅੱਛੀ ਫਾਰਮ ਵਿੱਚ ਹੈ, ਤੇ ਪਤਾ ਨਹੀਂ ਅਸੀਂ ਕਿਉਂ ਉਹਨੂੰ ਕਿਸੇ ਖਾਤੇ ਵਿੱਚ ਲਿਖਦੇ ਹੀ ਨਹੀਂ ਹੈਗੇ। ਅੱਛਾ ਮੁਫਾਜ਼, ਬਿਲਕੁਲ ਮੈਂ ਇਸੇ ਪਾਸੇ ਹੀ ਆ ਰਿਹਾ ਸਾਂ, ਉਹਨਾਂ ਦੇ ਵੱਲ ਸੁਫਿਆਨ ਮੁਕੀਮ ਦੀ ਗੱਲ ਕਰਨ ਜਾ ਰਿਹਾ ਸਾਂ। ਦੇਖੋ ਪਾਕਿਸਤਾਨ ਨੇ ਕੱਲ ਬੇਹੱਕ ਤੁਸੀਂ ਇਹ ਜ਼ੇਨ 'ਚ ਬਿਠਾ ਲਿਆ ਹੋਇਆ ਹੈ ਕਿ ਅਸੀਂ ਬॉलर्स ਨੂੰ ਸਪੋਰਟ ਕਰਨ ਵਾਲੀ ਪਿਚ ਬਣਾਈ ਹੈ, ਲੇਕਿਨ ਜੇ ਤੁਸੀਂ ਵੇਖੋ ਤੇ ਤੁਹਾਡੇ ਸਪੈਸ਼ਲਿਸਟ ਬॉलर ਸਿਰਫ 3 ਸਨ ਟੀਮ 'ਚ, ਬਾਕੀ ਤੁਸੀਂ ਆਲ ਰਾਉਂਡਰਾਂ ਨੂੰ ਬॉलर ਸਮਝੋ। ਸੋ ਸ਼ਾਦਾਬ ਖਾਨ ਆਲ ਰਾਉਂਡਰ ਨੇ, ਸਲਮਾਨ ਅਲੀ ਆਗਾ ਆਲ ਰਾਉਂਡਰ ਨੇ, ਤੇ ਫਿਰ ਅਰਫਾਤ ਮਨਹਾਸ ਵੀ ਆਲ ਰਾਉਂਡਰ ਨੇ। ਉਹ ਪ੍ਰੋਪਰ ਇੱਕ ਸਪੈਸ਼ਲਿਸਟ ਬॉलर ਨਹੀਂ ਹੈ। ਉਹਨਾਂ ਦੀ ਬੋਲਿੰਗ ਅਰਫਾਤ ਮਨਹਾਸ ਦੀ ਵੀ ਪਹਿਲੇ ਮੈਚ ਵੀ ਚੱਲੀ ਹੈ, ਕੱਲ ਵੀ ਉਹਨਾਂ ਅੱਛੀਆਂ 2 ਵਿਕਟਾਂ ਕੱਢੀਆਂ ਨੇ, ਨਬੂਸ਼ੇਨ ਦੀ ਤੇ ਇੰਗਲਿਸ਼ ਦੀ, ਲੇਕਿਨ ਕਹਿਣ ਦਾ ਸਿਰਫ ਇਹ ਮਤਲਬ ਹੈ ਕਿ ਪ੍ਰੋਪਰ ਬॉलर ਨਹੀਂ ਆ, ਆਲ ਰਾਉਂਡਰ ਨੇ। ਦੂਜੀ ਗੱਲ ਜੇ ਅਸੀਂ ਕਰੀਏ ਸ਼ਾਦਾਬ ਖਾਨ ਦੀ, ਤੇ ਹਜੇ ਤੱਕ ਅਸੀਂ ਇਹੋ ਹੀ ਡਿਸਾਈਡ ਨਹੀਂ ਕਰ ਸਕੇ। ਤੁਸੀਂ ਜਿਹਦੇ ਕੋਲ ਮਰਜ਼ੀ ਸਵਾਲ ਕਰ ਲਓ, ਉਹ ਤੁਹਾਨੂੰ ਜਵਾਬ ਦੇਣ ਤੋਂ ਕਾਸਰ ਦੇਗਾ। ਭਾਵੇਂ ਸਿਲੈਕਸ਼ਨ ਕਮੇਟੀ ਕੋ ਕਰ ਲਓ, ਭਾਵੇਂ ਕਪਤਾਨ ਕੋ ਕਰ ਲਓ, ਭਾਵੇਂ ਟੀਮ ਮੈਨੇਜमेंट को कर लो, ਤੇ ਭਾਵੇਂ ਸ਼ਾਦਾਬ ਖਾਨ को आप कर लो ਕਿ ਸ਼ਾਦਾਬ ਖਾਨ ਬੋਲਿੰਗ ਆਲ ਰਾਉਂਡਰ ਨੇ ਜਾਂ ਬੈਟਿੰਗ ਆਲ ਰਾਉਂਡਰ ਨੇ। ਅੱਜ ਤੱਕ ਅਸੀਂ ਇਹੋ ਹੀ ਫਰਕ ਨਹੀਂ ਜਾਣ ਸਕੇ ਕਿ ਉਹ ਬੈਟਿੰਗ ਆਲ ਰਾਉਂਡਰ ਨੇ ਜਾਂ ਉਹ ਬੋਲਿੰਗ ਆਲ ਰਾਉਂਡਰ ਨੇ। ਉਹਨਾਂ ਦੀ ਵਜ੍ਹਾ ਤੋਂ ਅਸੀਂ ਇੱਕ ਸਪਿਨਰ ਬॉलर ਨੂੰ ਸੁਫਿਆਨ ਮੁਕੀਮ ਨੂੰ ਚਾਂਸ ਨਹੀਂ ਦਿੱਤਾ ਤੇ ਉਹਨਾਂ ਦੀ ਜਗ੍ਹਾ ਸ਼ਾਦਾਬ ਨੂੰ ਟੀਮ 'ਚ ਲਿਆਇਆ। ਤੇ ਸ਼ਾਦਾਬ ਨੇ ਕੱਲ ਫੇਰ ਵੇਖੋ ਕਿ 9 ਓਵਰਾਂ ਦੇ ਵਿੱਚ ਜੇ ਤੁਸੀਂ ਵੇਖਿਆ ਹੋਏ ਤੇ ਸ਼ਾਦਾਬ ਨੇ ਕੱਲ 50 ਸਕੋਰ ਫੇਰ ਖਾਦਾ ਜੀ, ਜਿਹੜਾ ਇੱਕ ਵਾਰੀ ਫੇਰ ਉਹਨਾਂ ਦੀ ਇਕਨੋਮੀ 6 ਤੋਂ ਜ਼ਿਆਦਾ ਹੋ ਗਈ ਹੈ ਤੇ ਤੁਸੀਂ ਉਹ ਬੈਟਿੰਗ ਤੇ ਜਾ ਕੇ ਉਹਨਾਂ ਪਰਫਾਰਮ ਕਰਤਾ ਹੈ। ਹੁਣ ਸਭ ਇਹ ਕਹਿਣਗੇ ਕਿ ਉਹਨੂੰ ਤੇ ਅਸੀਂ ਬਤੌਰ ਬੱਲੇਬਾਜ਼ ਲੈ ਕੇ ਗਏ ਸਾਂ, ਜੇ ਤੁਸੀਂ ਉਹਨੂੰ ਬਤੌਰ ਬੱਲੇਬਾਜ਼ ਲੈ ਕੇ ਗਏ ਸੋ ਫਿਰ ਸਲਮਾਨ ਅਲੀ ਆਗਾ ਨੂੰ ਬਾਹਰ ਬਿਠਾ ਦਿਓ, ਉਹਦੀ ਜਗ੍ਹਾ ਸੁਫਿਆਨ ਮੁਕੀਮ ਨੂੰ ਟਰਾਈ ਕਰ ਲਓ। ਤੁਸੀਂ 8 ਬੱਲੇਬਾਜ਼ਾਂ ਨਾਲ ਜਾ ਰਹੇ ਹੋ ਉਸ ਪਿਚ ਦੇ, ਜਿਹੜੀ ਪਿਚ ਹੈ ਹੀ ਬॉलर्स ਨੂੰ ਸਪੋਰਟ ਕਰਨ ਵਾਲੀ ਪਿਚ ਹੈ, ਬੈਟਸਮੈਨਾਂ ਲਈ ਉਹਦੇ ਤੇ ਕੁਝ ਨਹੀਂ। ਉਸ ਪਿਚ ਦੇ ਉੱਤੇ ਤੁਸੀਂ 8 ਬੱਲੇਬਾਜ਼ ਤੇ 3 ਸਪੈਸ਼ਲਿਸਟ बॉलर जे फाइनल 11 शामिल करोगे तो बड़ा वड्डा सवालिया निशान है कप्तानी ते कोच ਦੇ ਉੱਤੇ ਤੇ ਜਿਹੜੀ ਕਹਿ ਲੋ ਕਿ ਟੂਰ ਮੈਚ ਸਿਲੈਕਸ਼ਨ ਕਮੇਟੀ ਉਹਦੇ ਉੱਤੇ। ਬਿਲਕੁਲ ਜਾਫਰ ਸਾਹਿਬ, ਤੁਸੀਂ ਕੋਚ ਦੀ ਗੱਲ ਕੀਤੀ ਤੇ ਕੱਲ ਮਾਈਕ ਹੈਸਨ ਨੇ ਕੋਚ ਸ਼ੋਸ਼ਾ ਛੱਡਤਾ ਹੈ ਕਿ ਚਲੋ ਜੀ ਸ਼ਾਦਾਬ ਦੀ ਬੋਲਿੰਗ ਵਿੱਚ ਤੇ ਪਰਫਾਰਮੈਂਸ ਨਜ਼ਰ ਨਹੀਂ ਆ ਰਹੀ, ਲੇਕਿਨ ਬੈਟਿੰਗ ਵਿੱਚ ਉਹ ਚੰਗਾ ਕਰਦੇ ਪਏ ਹੈ ਤੇ ਉਹ ਸ਼ਾਨਦਾਰ ਆਲਰਾਊਂਡਰ ਬਣਨ ਲੱਗੇ ਨੇ। ਤੇ ਮੈਨੂੰ ਲੱਗ ਰਿਹਾ ਹੈ ਕਿ 2027 ਦੇ ਵਰਲਡ ਕੱਪ ਵਿੱਚ ਵੀ ਕੋਈ ਵੱਡੀਆਂ ਜ਼ਿੰਮੇਵਾਰੀਆਂ ਲੱਭ ਸਕਦੀਆਂ, ਕਿਉਂਕਿ ਇਸਲਾਮਾਬਾਦ ਯੂਨਾਈਟਿਡ ਦੇ ਕੈਪਟਨ ਵੀ ਨੇ ਤੇ ਬੜੇ ਲਾਡਲੇ ਸਮਝੇ ਜਾਂਦੇ ਨੇ ਮਾਈਕ ਹੈਸਨ ਦੇ। देखो जी गल तुहानू भी पता है, ਅਸੀਂ ਵੀ ਕਰ ਰਹੇ ਹਾਂ ਤੇ ਸਾਰੇ ਜਿਹੜੇ ਕ੍ਰਿਕਟ ਦੇ ਐਕਸਪਰਟ ਨੇ ਇਹੋ ਹੀ ਕਰ ਰਹੇ ਨੇ ਕਿ ਜਿਹੜੇ ਮਾਈਕ ਹੈਸਨ ਆ ਟੀਮ, ਉਹਨਾਂ ਦੀ ਟੀਮ ਹੈ ਪਾਕਿਸਤਾਨੀ ਕ੍ਰਿਕਟ ਟੀਮ ਹੈ ਘੱਟ ਲੱਗਦੀ ਹੈ। ਇਸ ਲਈ ਤੁਹਾਨੂੰ ਇਹਦੇ ਉੱਤੇ ਇੱਕ ਵਾਰੀ ਫੇਰ ਇਹਦੇ ਤੇ ਅਸੀਂ ਲੋਕਾਂ ਦੀ ਤਵੱਜੋ ਵੀ ਕਰਵਾਉਂਦੇ ਆ ਕਿ ਮਾਈਕ ਹੈਸਨ ਦਾ ਜਿਹੜਾ ਬਿਆਨ ਕਲੀਅਰ ਕੱਟ ਸਾਨੂੰ ਇਹ ਦੱਸ ਰਿਹਾ ਕਿ ਸ਼ਾਦਾਬ ਖਾਨ ਨੂੰ ਅੱਗੇ ਸ਼ਾਇਦ T20 ਦੇ ਵਨਡੇ ਵਿੱਚ ਕੋਈ ਕਪਤਾਨੀ ਦੀ ਜ਼ਿੰਮੇਵਾਰੀ ਵੀ ਮਿਲੇ ਤੇ ਨਾਲ ਉਹ ਵਨਡੇ ਦਾ ਵਰਲਡ ਕੱਪ 2027 ਵਾਲਾ ਵੀ ਲਾਜ਼ਮੀ ਖੇਡਣਗੇ। ਜੇ ਉਹਨਾਂ ਨੇ ਬੈਟਿੰਗ ਦੀ ਗੱਲ ਕੀਤੀ ਜੇ ਤੇ ਫਿਰ ਉਹੀ ਗੱਲ ਜਿਹੜੀ ਮੈਂ ਪਹਿਲੇ ਕੀਤੀ ਕਿ ਜੇ ਤੁਸੀਂ ਸ਼ਾਦਾਬ ਨੂੰ ਬਤੌਰ ਬੱਲੇਬਾਜ਼ ਖਿਡਾਣਾ ਹੈ ਤੇ ਤੁਸੀਂ ਸ਼ਾਦਾਬ ਖਾਨ ਨੂੰ ਉੱਤੇ 5ਵੇਂ 6ਵੇਂ ਨੰਬਰ ਤੇ ਖਿਡਾਓ ਤੇ ਉੱਥੋਂ ਸਲਮਾਨ ਅਲੀ ਆਗਾ ਜਾਂ ਅਬਦੁਲ ਸਮਦ ਦੀ ਜਗ੍ਹਾ ਤੇ ਔਰ ਸਪੈਸ਼ਲਿਸਟ ਫੁੱਲ ਟਾਈਮ ਸਪਿਨਰ ਨੂੰ ਐਡ ਕੀਤਾ ਜਾਏ ਜਿਹੜਾ ਤੁਹਾਡੇ ਕੋਲ ਬਾਹਰ ਬੈਂਚ ਤੇ ਬੈਠਾ ਵੀ ਹੋਇਆ ਤੇ ਜਿਹੜਾ ਪਰਫਾਰਮੈਂਸ ਵੀ ਦੇ ਕੇ ਟੀਮ ਚ ਆਇਆ। ਤੁਹਾਨੂੰ ਇਹਦੇ ਉੱਤੇ ਮੈਂ ਇੱਕ ਮਿਸਾਲ ਦਾਂਗਾ ਸ਼ਾਹਿਦ ਖਾਨ ਅਫਰੀਦੀ ਦੀ ਕਿ ਜਦੋਂ ਉਹਨਾਂ ਨੂੰ ਬਤੌਰ ਟੀਮ ਚੋਂ ਬਤੌਰ ਬॉलर ਆਏ ਲੇਕਿਨ ਉਸ ਤੋਂ ਬਾਅਦ ਉਹ ਬੈਟਿੰਗ ਕਰਨ ਲੱਗ ਪਏ ਤੇ ਅੱਛੀ ਬੈਟਿੰਗ ਕਰਦੇ ਸਨ ਤੇ ਉਹਨਾਂ ਨੂੰ ਬਤੌਰ ਬੈਟਸਮੈਨ ਕੰਸੀਡਰ ਕੀਤਾ ਜਾਂਦਾ ਰਿਹਾ ਤੇ ਉਹਨਾਂ ਦੇ ਨਾਲ 5 ਬॉलर ਹੋਰ ਵੀ ਖੇਡਦੇ ਰਹੇ ਟੀਮ ਚ। ਫਿਰ ਜਦੋਂ ਉਹਨਾਂ ਦੀ ਬੈਟਿੰਗ ਦੇ ਵਿੱਚ ਥੋੜਾ ਜਿਹਾ ਬੈਟਿੰਗ ਤੇ ਮਸਾਇਲ ਦਾ ਸ਼ਿਕਾਰ ਹੋਏ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਥੱਲੇ ਨੰਬਰਾਂ ਤੇ ਜਦੋਂ ਖਿਡਾਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬॉलर ਦੇ ਤੌਰ ਤੇ ਖਿਡਾਇਆ ਗਿਆ। ਤੇ ਇਹੋ ਜੀ ਕਲਾਸੀਫਿਕੇਸ਼ਨ ਸਾਨੂੰ ਸ਼ਾਦਾਬ ਦੇ ਮਾਮਲੇ 'ਚ ਵੀ ਕਰਨੀ ਪਏਗੀ, ਕਲੈਰਿਟੀ ਲਿਆਣੀ ਪਏਗੀ ਮਾਈਂਡ ਦੇ ਵਿੱਚ ਕਿ ਸ਼ਾਦਾਬ ਬੈਟਸਮੈਨ ਹੈ ਜਾਂ ਬॉलर ਹੈ। ਜੋ ਬੈਟਸਮੈਨ ਹੈ ਤੇ ਉਹਨੂੰ ਉਤਲੇ ਨੰਬਰਾਂ ਤੇ ਖਿਡਾਓ, ਉਹਨੂੰ ਮਿਡਲ ਆਰਡਰ 'ਚ ਖਿਡਾਓ, ਲੋਅਰ ਆਰਡਰ 'ਚ ਨਾ ਖਿਡਾਓ ਤੇ ਉਹਦੀ ਜਗ੍ਹਾ ਪ੍ਰੋਪਰ ਇੱਕ ਬੈਟਸਮੈਨ ਨੂੰ ਬਾਹਰ ਬਿਠਾ ਕੇ। ਬਿਲਕੁਲ ਜਾਫਰ ਸਾਹਿਬ, ਤੁਸੀਂ ਸਹੀ ਆਖਿਆ, ਕਨਫਿਊਜ਼ਨ ਬਰਕਰਾਰ ਹੈਗੀ ਸ਼ਾਦਾਬ ਦੀ ਪੋਜੀਸ਼ਨ ਨੂੰ ਲੈ ਕੇ। ਜਰਾ ਅਸੀਂ ਆਪਣੇ ਟੌਪ ਆਰਡਰ ਦੀ ਗੱਲ ਕਰ ਲਈਏ, ਬੜੇ ਮੌਕੇ ਲੱਭ ਗਏ ਨੇ। ਸਾਇਦ ਫਰਹਾਨ ਵੀ ਕੱਲ 3 ਰਨ ਬਣਾ ਕੇ ਆਊਟ ਹੋਏ ਨੇ, ਪਿਛਲੇ ਮੈਚ ਵਿੱਚ ਇਹਨਾਂ ਦੇ 28 ਰਨ ਸੀਗੇ, ਲੇਕਿਨ ਮਾਸ ਸਦਾਕਤ ਬਾਰੇ ਤਾਂ ਅਸੀਂ ਹਮੇਸ਼ਾ ਆਵਾਜ਼ ਚੁੱਕੀ ਹੈ। ਹਾਲਾਂਕਿ ਇਹ PSL ਵੀ ਖੇਡਦੇ ਰਹੇ ਨੇ, ਕੰਡੀਸ਼ਨ ਨਾਲ ਵੀ ਹਮ ਮੰਗ ਰਹੇ, ਲੇਕਿਨ ਸਿਫਰ ਤੇ ਆਊਟ ਹੋ ਗਏ ਨੇ, ਨਾ ਬੋਲ ਨੂੰ ਜੱਜ ਕਰ ਸਕੇ ਨੇ, ਫਿਰ ਕਲੀਨ ਬੋਲ ਹੋ ਕੇ ਪਵੇਲੀਅਨ ਲੌਟ ਗਏ ਨੇ।
ਮੁਫਾਜ਼ ਸਿਰਫ ਟੌਪ ਆਰਡਰ ਤੋਂ ਲੈ ਕੇ ਐਂਡ ਤੱਕ ਈਵਨ ਕਿ 10ਵੇਂ ਨੰਬਰ ਤੱਕ ਤੁਹਾਡੇ ਜਿਹੜੇ ਖਿਲਾੜੀ ਨੇ ਨਾ, ਜਿਹੜੇ ਕੱਲ ਬੈਟਿੰਗ ਕਰਦੇ ਆਏ, ਮੈਨੂੰ ਉਹਨਾਂ ਦੇ ਵਿੱਚ ਕ੍ਰਿਕਟਿੰਗ ਸੈਂਸ ਦੀ ਕਮੀ ਨਜ਼ਰ ਆਈ ਹੈ। ਦੇਖੋ ਸਾਹਿਬਜ਼ਾਦਾ ਫਰਹਾਨ T20 ਦੇ ਬਹੁਤ ਅੱਛੇ ਖਿਲਾੜੀ ਨੇ, ਵਰਲਡ T20 ਦੇ ਵਿੱਚ, ਏਸ਼ੀਆ ਕੱਪ ਦੇ ਵਿੱਚ ਉਹਨਾਂ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈ, PSL ਦੇ ਵਿੱਚ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਐਡਮਾਇਰ ਵੀ ਕੀਤਾ, ਐਪਰੀਸ਼ੀਏਟ ਵੀ ਕੀਤਾ ਤੇ ਉਹਨਾਂ ਦੀ ਆਵਾਜ਼ ਵੀ ਚੁੱਕੀ ਹੈ। ਲੇਕਿਨ ਉਹਦਾ ਹਰ ਕਿਸੇ ਦਾ ਮਤਲਬ ਨਹੀਂ ਕਿ ਜੇ ਸਾਹਿਬਜ਼ਾਦਾ ਫਰਹਾਨ T20 ਚ ਅੱਛਾ ਖੇਡ ਰਹੇ ਨੇ ਤੇ ਅਸੀਂ ਉਹਨਾਂ ਨੂੰ ਵਨਡੇ ਦੀ ਵੀ ਓਪਨਿੰਗ ਕਰਾ ਦਈਏ, ਫਿਰ ਉਹਨਾਂ ਨੂੰ ਟੈਸਟ 'ਚ ਵੀ ਲੈ ਜਾਈਏ। ਸਾਇਮ ਅਯੂਬ, ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਕਿ ਸਾਇਮ ਅਯੂਬ ਦਾ ਵਨਡੇ ਦਾ ਰਿਕਾਰਡ ਬਹੁਤ ਅੱਛਾ ਪਾਕਿਸਤਾਨ ਲਈ, ਤੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੀ। ਸਾਹਿਬਜ਼ਾਦਾ ਫਰਹਾਨ ਦੀ ਜੇ ਤੁਸੀਂ ਬੈਟਿੰਗ ਵੇਖੋ, ਉਹਨਾਂ ਦੀ ਟੈਕਨੀਕ ਅੱਜ ਵੀ T20 ਕ੍ਰਿਕਟ ਵਾਲੀ ਹੈ। ਕੱਲ ਵੀ ਉਹ T20 ਕ੍ਰਿਕਟ ਖੇਡਦੇ ਨਜ਼ਰ ਆਏ ਤੇ ਜਲਦਬਾਜ਼ੀ ਦੇ ਵਿੱਚ ਉਹਨਾਂ ਨੇ ਆਪਣੇ ਵਿਕਟ ਗਵਾਈ। ਹਾਲਾਂਕਿ ਜੇ ਉਹ ਥੋੜੀ ਦੇਰ ਠਹਿਰ ਕੇ ਪਿੱਚ ਤੇ ਰੁਕ ਕੇ ਖੇਡਦੇ ਤੇ ਉਹਨਾਂ ਨੂੰ ਗੇਂਦ ਸਮਝ ਆਣਾ ਸ਼ੁਰੂ ਹੋ ਜਾਂਦੀ ਤੇ ਅੱਗੋਂ ਸ਼ਾਟਾਂ ਵੀ ਵੱਜਦੀਆਂ ਤੇ ਸਕੋਰ ਵੀ ਆਉਂਦੇ। ਅੱਛੇ ਖਿਡਾਰੀਆਂ ਦਾ ਇਹੋ ਹੀ ਤਰੀਕਾਕਾਰ ਹੁੰਦਾ ਹੈ ਕਿ ਪਹਿਲੇ ਉਹ ਪਿੱਚ ਤੇ ਸਟੇ ਕਰਕੇ ਗੇਂਦ ਨੂੰ, ਪਿੱਚ ਦੇ ਬਿਹੇਵੀਅਰ ਨੂੰ ਤੇ ਬॉलਰ ਦੀ ਟੈਕਨੀਕ ਨੂੰ ਸਮਝਦੇ ਨੇ, ਫਿਰ ਉੱਤੇ ਪਲੇ ਕਰਦੇ ਨੇ। ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ, ਇਹਦੇ ਉੱਤੇ ਤੇ ਆਸਟ੍ਰੇਲੀਆ ਦੀ ਜਿਹੜੀ ਬੋਲਿੰਗ ਲਾਈਨ ਸੀ ਉਹਨੇ ਥਰੂ ਆਊਟ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਾਕਿਸਤਾਨ ਨੂੰ ਮੁਸ਼ਕਲਾਂ ਦਾ ਸ਼ਿਕਾਰ ਕੀਤੀ ਰੱਖਿਆ ਤੇ ਪਾਕਿਸਤਾਨ ਦੇ ਜਿਹੜੇ 190 ਰਨ ਨੇ ਉਹਦੇ ਵੀ ਕ੍ਰੈਡਿਟ ਮੈਂ ਜੋਸ਼ ਇੰਗਲਿਸ਼ ਨੂੰ ਦੇਣਾ, ਜਿਨ੍ਹਾਂ ਨੇ 2 ਵਾਰੀ ਕਨਫਰਮ ਆਊਟ ਸੀ ਲੇਕਿਨ ਅੰਪਾਇਰ ਨੇ ਨਾਟ ਆਊਟ ਦਿੱਤਾ ਤੇ ਰਿਵਿਊ ਤੇ ਨਹੀਂ ਗਏ। ਜੋ ਰਿਵਿਊ ਤੇ ਚਲੇ ਜਾਂਦੇ ਤੇ ਸ਼ਾਇਦ ਸਾਡਾ 190 ਸਕੋਰ ਵੀ ਨਾ ਹੁੰਦਾ ਤੇ ਅਸੀਂ ਅੱਜ ਤੋਂ ਪਹਿਲੇ ਟੀਮ ਆਊਟ ਹੋ ਜਾਂਦੀ। ਤੇ ਪਾਕਿਸਤਾਨ ਦੇ ਵਿੱਚ ਬਾਬਰ ਆਜ਼ਮ ਨੂੰ ਵੇਖੋ ਤੇ ਸ਼ਾਇਦ ਲੱਗਿਆ ਕਿ ਉਹਨਾਂ ਵੀ ਇੱਕ ਮੈਚ ਕਾਰਕਰਦਗੀ ਦੇਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸਮਝਿਆ ਕਿ ਪੂਰੀ ਹੋ ਗਈ ਹੈ, ਹੁਣ ਮੈਂ ਚੱਲਦਾ ਬਣਨਾ, ਉਹਨਾਂ ਵੀ ਕੁਝ ਨਹੀਂ ਕੀਤਾ। ਫਿਰ ਗਾਜ਼ੀ ਗੌਰੀ ਨੇ ਚਲੋ ਕਦਰੇ ਬਿਹਤਰ ਇਨਿੰਗ ਖੇਡੀ ਕਿਉਂਕਿ 37 ਰਨ ਦਾ ਮਜਮੂਆ ਬਣਾ, ਇਨਫਰਾਦੀ ਸਕੋਰ 37 ਰਨ ਤੇ ਗਏ ਨੇ, ਲੇਕਿਨ ਉਸ ਤੋਂ ਬਾਵਜੂਦ ਜੇ ਸਲਮਾਨ ਅਲੀ ਆਗਾ ਵੇਖੀ, ਅਬਦੁਲ ਸਮਦ ਵੇਖੀਏ ਤੇ ਉਹ 2-7 ਤੇ ਆਊਟ ਹੋਏ ਨੇ। ਉਹਨਾਂ ਨੂੰ ਵੇਖਣਾ ਪਏਗਾ ਕਿ ਕਿੱਥੇ ਕਮੀ ਲੈਪਸ ਹੋ ਰਹੀ ਹੈ। ਤੁਸੀਂ ਜੇ ਸਿਰਫ PSL ਦੀ ਵਜ੍ਹਾ ਤੋਂ ਜਾਂ ਸ਼ਦਾਬ ਨੂੰ ਮਾਈਕ ਹੈਸਨ ਦਾ ਫੇਵਰਿਟ ਹੋਣ ਦੀ ਵਜ੍ਹਾ ਤੋਂ ਤੇ ਸਲਮਾਨ ਅਲੀ ਆਗਾ ਨੂੰ ਮਾਈਕ ਹੈਸਨ ਦਾ ਫੇਵਰਿਟ ਹੋਣ ਦੀ ਵਜ੍ਹਾ ਤੋਂ, ਬਿਲਕੁਲ ਜੀ ਸਾਰੀ ਚੀਜ਼ਾਂ ਤੇ ਆਇਆ ਹੋ ਰਹੀਆਂ। ਜਿਵੇਂ ਦੀ ਪਰਫਾਰਮੈਂਸ ਹੈਗੀ ਸ਼ਾਦਾਬ ਦੀ ਵੀ 2 ਸਾਲ ਤੋਂ ਅਸੀਂ ਵੇਖ ਰਹੇ ਹਾਂ ਕਿ ਬਗੈਰ ਕਿਸੇ ਪਰਫਾਰਮੈਂਸ ਤੋਂ ਟੀਮ ਵਿੱਚ ਜਗ੍ਹਾ ਮਿਲੀ ਹੋਈ ਹੈ। ਤੇ ਜ਼ਰਾ ਕੱਲ ਕਮੈਂਟ ਕਰ ਦਿਓ, ਪਾਕਿਸਤਾਨ ਦਾ ਆਖਰੀ ਮੈਚ ਹੈਗਾ ਫੈਸਲਾ ਕੁਨ ਕੱਲ, ਜਿਹਨੂੰ ਕਹਿੰਦੇ ਨਾ ਕਿ ਡਿਸੀਜਨ ਹੋ ਜਾਏਗਾ ਕੱਲ, ਲੱਗ ਪਤਾ ਜਾਏਗਾ ਕੋੜਾ ਤੈ ਕੋੜੇ ਦਾ ਮੈਦਾਨ। ਕੀ ਲੱਗਦਾ ਤੁਹਾਨੂੰ ਕੋਈ ਚੇਂਜਿੰਗ ਵੀ ਹੋ ਸਕਦੀ ਹੈ ਪਾਕਿਸਤਾਨ ਵਿੱਚ? ਕੋਈ ਨਸੀਮ ਨੂੰ ਮੌਕਾ ਲੱਭ ਸਕਦਾ ਜਾਂ ਫਿਰ ਅਸੀਂ ਅਹਿਮਦ ਦਾਨਿਆਲ ਨੂੰ ਐਕਸ਼ਨ ਵਿੱਚ ਵੇਖਾਂਗੇ? ਸੁਫਿਆਨ ਮੁਕੀਮ ਦਾ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਹਨੂੰ ਯੂਟਿਲਾਈਜ਼ ਕੀਤਾ ਜਾਏ। ਮੁਫਾਜ਼ ਸਾਹਿਬ ਬਿਲਕੁਲ ਇੰਜ ਸੁਫਿਆਨ ਮੁਕੀਮ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਕਿਉਂਕਿ ਤੁਸੀਂ ਜੇ ਪਿਚ ਇਹੋ ਜਿਹੀ ਬਣਾ ਰਹੇ ਹੋ ਨਾ ਕਿ ਜਿਹਦੇ ਤੇ ਸਪਿਨਰ ਨੂੰ ਫਾਇਦਾ ਮਿਲ ਰਿਹਾ ਤੇ ਫਿਰ ਸਪਿਨਰ ਖੜਾਓ ਤੇ ਪ੍ਰੋਪਰ ਸਪਿਨਰ ਖੜਾਓ। ਦੇਖੋ ਇਬਰਾਰ ਦੀ ਕੱਲ ਬੋਲਿੰਗ ਵੇਖੋ ਬਹੁਤ ਅੱਛੀ, ਇਰਫਾਨ ਮਨਹਾਸ ਨੇ ਕੱਲ 10 ਓਵਰਾਂ ਦੇ ਵਿੱਚ ਸਿਰਫ ਤੇ ਸਿਰਫ 27 ਸਕੋਰ ਦਿੱਤਾ ਹੈ ਤੇ ਪਤਾ ਲੱਗ ਰਿਹਾ ਸੀ ਕਿ ਇਹ ਸਪਿਨਰ ਟਰੈਕ ਹੈ। ਹਾਂ ਜੇ ਸ਼ਦਾਬ ਦੀ ਗੱਲ ਕਰੀਏ ਤਾਂ ਉਹਨਾਂ 9 ਓਵਰਾਂ 'ਚ 56 ਸਕੋਰ ਦਿੱਤਾ ਹੈ, ਲੇਕਿਨ ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਸ਼ਦਾਬ ਪ੍ਰੋਪਰ ਸਪਿਨਰ ਨਹੀਂ, ਪ੍ਰੋਪਰ ਸਪਿਨਰ ਨੇ ਕੱਲ ਬੋਲਿੰਗ ਬਹੁਤ ਅੱਛੀ ਕੀਤੀ। ਇਬਰਾਰ ਨੇ 2 ਵਿਕਟਾਂ ਲਈਆਂ, ਇਰਫਾਨ ਮਨਹਾਸ ਨੇ 2 ਵਿਕਟਾਂ ਲਈਆਂ ਤੇ ਉਹਨਾਂ ਦੀ ਇਕਨੋਮੀ ਵੇਖੀ ਜਾਏ ਤੇ ਇੱਕ ਦੀ 3 ਤੋਂ ਘੱਟ ਤੇ ਇੱਕ ਦੀ 4 ਦੇ ਕੋਲ ਹੈ। ਇਹ ਦੋਵੇਂ ਜਿਹੜੇ ਪੁਆਇੰਟ ਨੇ ਬੜਾ ਤੁਹਾਡੀ ਜਿਹੜੀ ਪਿਚ ਦਾ ਬਿਹੇਵੀਅਰ ਉਹਨੂੰ ਵਾਜ਼ਿਆ ਕਰ ਰਹੇ ਨੇ ਤੇ ਇੱਕ ਤੁਹਾਨੂੰ ਫੁੱਲ ਪਲਾਨ ਦਿੰਦੇ ਨੇ ਕਿ ਤੁਸੀਂ ਹੁਣ ਸਪਿਨਰ ਨਾਲ ਜਾਣਾ ਹੈ। ਹੁਣ ਜੇ ਰਹੀ ਗੱਲ ਸ਼ਦਾਬ ਦੀ, ਤੇ ਮੇਰਾ ਨਹੀਂ ਖਿਆਲ ਕਿ ਕੱਲ ਸ਼ਦਾਬ ਨੂੰ ਬਾਹਰ ਬਿਠਾਇਆ ਜਾਏਗਾ ਕਿਉਂਕਿ ਸ਼ਦਾਬ ਬਗੈਰ ਪਰਫਾਰਮੈਂਸ ਤੋਂ ਬਾਹਰ ਨਹੀਂ ਬੈਠੇ ਕਦੀ, ਤੇ ਜੋ ਉਹਨਾਂ ਨੂੰ ਹੁਣ 71 ਰਨ ਦੀ ਨਹੀਂ ਖੇਡੀ ਤੇ ਉਹਨਾਂ ਨੂੰ ਬਾਹਰ ਕੇ ਬਿਠਾਉਣ ਨੂੰ ਹੁਣ ਤੇ ਮੌਕਾ ਮਿਲ ਗਿਆ ਉਹਨਾਂ ਨੂੰ ਖਿਡਾਉਣ ਦਾ, ਤੇ ਸਲਮਾਨ ਅਲੀ ਆਗਾ ਨੂੰ ਵੀ ਨਹੀਂ ਬਾਹਰ ਬਿਠਾਣਗੇ। ਹਾਂ ਹੋ ਸਕਦਾ ਹੈ ਕਿ ਅਬਦੁਲ ਸਮਦ ਦੀ ਜਗ੍ਹਾ ਕਿਸੇ ਇੱਕ ਬਾਲਰ ਨੂੰ ਐਕਸਟਰਾ ਟਰਾਈ ਕੀਤਾ ਜਾਏ ਕਿਉਂਕਿ ਮੇਰਾ ਨਹੀਂ ਖਿਆਲ ਕਿ ਸਲਮਾਨ ਅਲੀ ਆਗਾ ਜਾਂ ਸ਼ਦਾਬ ਖਾਨ ਨੂੰ ਜਿਹੜੇ ਮਾਈਕ ਹੈਸਨ ਨੇ ਉਹ ਬਾਹਰ ਬਿਠਾਣਗੇ ਤੇ ਸ਼ਾਹੀਨ ਅਫਰੀਦੀ ਵੀ ਕੋਈ ਐਸ ਖਾਸ ਪੋਜੀਸ਼ਨ 'ਚ ਨਹੀਂ ਹੈ ਕਿ ਕੋਚ ਦੀ ਮਰਜ਼ੀ ਦੇ ਖਿਲਾਫ ਜਾ ਕੇ ਫਾਈਨਲ 11 ਸਿਲੈਕਟ ਕਰ ਸਕਦਾ। ਬਿਲਕੁਲ ਜੀ ਕੱਲ ਵੇਖਦੇ ਕੀ ਬੰਦਾ ਸਾਡੀ ਤੇ ਬਿਲਕੁਲ ਨੇਕ ਤਮੰਨਾ ਹੈ ਪਾਕਿਸਤਾਨ ਦੇ ਨਾਲ ਕਿ ਅਸੀਂ ਇਹ ਸੀਰੀਜ਼ ਜਿੱਤੀਏ ਕਿਉਂਕਿ ਇਹ ਆਸਟ੍ਰੇਲੀਆ ਦੀ ਹੁਣ B ਜਾਂ C ਟੀਮ ਨਹੀਂ ਰਹੀ। ਕਾਂਟੇ ਦਾ ਮੁਕਾਬਲਾ ਮਤਵੱਕਿਆ, ਉਮੀਦ ਕਰਦੇ ਹਾਂ ਕਿ ਜੀ ਆਖਰੀ ਬਾਲ ਤੱਕ ਮੈਚ ਜਾਏ। ਬਹੁਤ ਸ਼ੁਕਰੀਆ ਜਾਫਰ ਸਾਹਿਬ ਤੁਹਾਡੇ ਵਕਤ ਦਾ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਖੁਸ਼ਾਮਦੀਦ ਜੀ। ਪਾਕਿਸਤਾਨ ਦੀ ਨਾਕਸ ਪਰਫਾਰਮੈਂਸ ਬਾਰੇ ਅਸੀਂ ਗੱਲ ਕਰਦੇ ਪਏ ਸਾਂ। ਜਿਵੇਂ ਟੌਪ ਆਰਡਰ ਫਲॉप ਹੋਇਆ, ਸਾਹਿਬਜ਼ਾਦਾ ਫਰਹਾਨ 3 ਰਨਸ ਬਣਾ ਕੇ ਆਊਟ ਹੋਏ ਨੇ। ਫਿਰ ਮਾਂ ਸਦਾਕਤ ਕੋਲੋਂ ਉਮੀਦ ਸੀ ਕਿ ਸ਼ਾਇਦ ਕਮਬੈਕ ਕਰਨ, ਲੇਕਿਨ ਉਹ ਵੀ 0 ਤੇ ਚੱਲਦੇ ਬਣੇ ਨੇ। ਹੁਣ ਇਹ ਲੋਕ ਕਹਿ ਰਹੇ ਜਿਵੇਂ ਆਪਣੇ ਇੰਟਰਵਿਊ ਵਿੱਚ ਮੈਂ ਕਿਹਾ ਕਿ ਸਾਇਮ ਅਯੂਬ ਨੂੰ ਕਿਉਂ ਟੀਮ ਵਿੱਚੋਂ ਬਾਹਰ ਕੱਢਿਆ। T20 ਪਰਫਾਰਮੈਂਸ ਉਹਦੀ ਠੀਕ ਨਹੀਂ ਸੀ ਲੇਕਿਨ ODI ਵਿੱਚ ਤਾਂ ਉਹਦਾ ਬੱਲਾ ਚੱਲਦਾ ਪਿਆ ਸੀ। ਫਿਰ ਬਾਬਰ ਆਜ਼ਮ ਵੀ ਉਸ ਅੰਦਾਜ਼ ਨਾਲ ਪਰਫਾਰਮ ਨਹੀਂ ਕਰ ਸਕੇ। ਸ਼ਾਦਾਬ ਖਾਨ ਨੇ 71 ਰਨ ਬਣਾਏ ਨੇ ਲੇਕਿਨ ਬੋਲਿੰਗ ਵਿੱਚ ਤਾਂ ਉਹ ਵੀ ਫਲॉप ਰਹੇ ਨੇ। ਤਕਰੀਬਨ 5 ਮੈਚਾਂ ਵਿੱਚ ਕੋਈ ਵਿਕਟ ਵੀ ਆਪਣੇ ਨਾਮ ਨਹੀਂ ਕਰ ਸਕੇ ਨੇ। ਹਾਮਿਦ ਚੌਧਰੀ ਸਾਹਿਬ ਸਾਡੇ ਨਾਲ ਮੌਜੂਦ ਨੇ। ਹਾਮਿਦ ਸਾਹਿਬ ਵੱਧ ਵਜਿਆ ਨੂੰ ਜਿਵੇਂ ਸ਼ਾਦਾਬ ਖਾਨ ਦੀ ਅਸੀਂ ਗੱਲ ਕਰਦੇ ਪਏ ਹਾਂ, ਕੱਲ ਮਾਈਕ ਹੈਸਨ ਨੇ ਵੀ ਕਹਿਤਾ ਹੈ ਕਿ ਜੀ ਸ਼ਾਦਾਬ ਖਾਨ ਬਿਹਤਰੀਨ ਆਲਰਾਊਂਡਰ ਬਣਨ ਲੱਗ ਗਏ ਨੇ। ਚਾਹੇ ਉਹਨਾਂ ਦੀ ਬੋਲਿੰਗ ਨਹੀਂ ਚੱਲਦੀ ਪਈ ਲੇਕਿਨ ਬੱਲਾ ਤਾਂ ਉਹਨਾਂ ਦਾ ਚੱਲਦਾ ਪਿਆ। ਕੀ ਕਹੋਗੇ?
ਜੀ ਦੇਖੋ, ਅਗਰ ਸ਼ਾਦਾਬ ਖਾਨ ਦੀ ਗੱਲ ਕਰੀਏ ਤੇ ਸ਼ਾਦਾਬ ਖਾਨ ਦੇ ਹਵਾਲੇ ਨਾਲ ਲੋਕ ਸਕਲੈਨ ਮੁਸ਼ਤਾਕ ਕੋਲ ਵੀ ਸਵਾਲ ਹੋਇਆ ਸੀ, ਮਾਈਕ ਹੈਸਨ ਕੋਲ ਵੀ ਸਵਾਲ ਹੋਇਆ ਸੀ ਕਿ ਤੁਸੀਂ ਇਹ ਦੱਸੋ ਕਿ ਸ਼ਾਦਾਬ ਖਾਨ ਦਾ ਕਰੈਕਟਰ ਕੀ ਹੈ ਟੀਮ ਵਿੱਚ, ਉਹਨਾਂ ਦੀ ਪੋਜੀਸ਼ਨ ਕੀ ਹੈ, ਉਹ ਬੈਟਿੰਗ ਆਲਰਾਊਂਡਰ ਨੇ ਜਾਂ ਬੋਲਿੰਗ ਆਲਰਾਊਂਡਰ ਨੇ, ਜਾਂ ਉਹ ਬੋਲਿੰਗ ਅੱਛੀ ਕਰਦੇ ਨੇ ਜਾਂ ਬੈਟਿੰਗ ਅੱਛੀ ਕਰ, ਬਸ ਉਹ ਚਲਤੇ हैं ਜੀ। ਜਦੋਂ ਚੱਲਣ ਵਾਲਾ ਲਫ਼ਜ਼ ਆ ਜਾਂਦਾ ਨਾ ਉਦੋਂ ਕੰਮ ਖਰਾਬ ਹੋ ਜਾਂਦਾ ਹੈ। ਤੁਸੀਂ ਦੇਖੋ ਸ਼ਾਦਾਬ ਖਾਨ ਬੋਲਿੰਗ ਵਿੱਚ ਬਿਲਕੁਲ ਪਰਫਾਰਮ ਨਹੀਂ ਕਰ ਰਹੇ, ਉਹਨਾਂ ਨੇ 9 ਓਵਰ ਕਰਵਾਏ 56 ਰਨਸ ਖਾਦੇ। ਇਹੀ ਜਿਹੜੇ ਇਦਾਂ ਹੀ ਤੁਸੀਂ ਦੇਖ ਲਓ ਬਾਕੀ ਸਪਿਨਰ ਸਾਡੇ ਬੜੇ ਅੱਛੇ ਰਹੇ। ਅਰਫਾਤ ਮਿਨਹਾਸ ਨੇ ਬੜੀ ਜ਼ਬਰਦਸਤ गेंदा ਕੀਤੀਆਂ, ਉਹਨਾਂ ਨੇ 27 ਰਨ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ। ਅਬਰਾਰ ਅਹਿਮਦ ਨੇ 32 ਰਨ ਦਿੱਤੇ, 2 ਵਿਕਟਾਂ ਹਾਸਿਲ ਕੀਤੀਆਂ ਤੇ ਚੀਜ਼ਾਂ ਅੱਛੀਆਂ ਜਾ ਰਹੀਆਂ ਸੀ। ਜਦੋਂ ਤੁਹਾਡਾ ਇੱਕ ਬੋਲਰ ਜ਼ਿਆਦਾ ਸਕੋਰ ਦੇ ਦੇਗਾ ਤਾਂ ਤੁਸੀਂ ਜਿਹੜੀ ਟੀਮ ਨੂੰ 200 ਤੇ ਰਿਸਟ੍ਰਿਕਟ ਕਰ ਰਹੇ ਸੀ ਉਹ 230 240 ਤੇ ਚਲਾ ਜਾਏਗਾ ਤੇ ਤੁਹਾਡੇ ਵਾਸਤੇ ਉਨਾ ਹੀ ਮੁਸ਼ਕਿਲ ਹੋ ਜਾਏਗਾ। ਫਿਰ ਜਦੋਂ ਬੈਟਿੰਗ ਦੀ ਵਾਰੀ ਆਈ ਸਾਡਾ ਸਾਹਿਬਜ਼ਾਦਾ ਫਰਹਾਨ ਵੀ ਨਹੀਂ ਚੱਲੇ, ਮਾਜ ਸਦਾਕਤ ਵੀ ਨਹੀਂ ਚੱਲੇ, ਉਹਦੇ ਬਾਅਦ ਫਿਰ ਬਾਬਰ ਆਜ਼ਮ ਵੀ ਨਹੀਂ ਚੱਲੇ, ਸਲਮਾਨ ਅਲੀ ਆਗਾ ਮੁਸਲਸਲ ਫਲॉप ਹੋ ਰਹੇ ਨੇ, ਉਹ ਵੀ ਨਹੀਂ ਬੈਟਿੰਗ ਕਰ ਪਾਏ। ਅਬਦੁਲ ਸਮਦ ਨੂੰ ਚਾਂਸ ਦਿੱਤਾ ਗਿਆ ਸੀਰੀਜ਼ ਵਿੱਚ, ਉਹ ਵੀ ਨਹੀਂ ਚੱਲੇ ਤੇ ਫਿਰ ਉਹਦੇ ਬਾਅਦ ਸ਼ਾਦਾਬ ਖਾਨ ਹੀ ਵੱਜਦੇ ਸੀ। ਸ਼ਾਦਾਬ ਖਾਨ ਨੂੰ ਟਾਈਮ ਸੀ, ਉਹਨਾਂ ਕੋਲ ਗੇਂਦਾਂ ਬਹੁਤ ਜ਼ਿਆਦਾ ਪਈਆਂ ਸੀ, ਉਹਨਾਂ ਨੇ ਵਿਕਟ ਦੇ ਠਹਿਰ ਕੇ ਸਕੋਰ ਬਣਾਇਆ। ਜਦੋਂ ਬੈਟਿੰਗ ਕਰ ਲੈਂਦੇ ਨੇ ਬੈਟਿੰਗ ਅੱਛੀ ਕਰਦੇ ਨੇ, ਲੇਕਿਨ ਉਹ ਬੋਲਿੰਗ ਜਿਹੜੀ ਉਹਨਾਂ ਦਾ ਮੇਨ ਕਰੈਕਟਰ ਸੀ ਟੀਮ ਵਿੱਚ ਉਹ ਪਰਫਾਰਮ ਨਹੀਂ ਕਰ ਪਾ ਰਹੇ, ਉਹ ਬੋਲਿੰਗ ਉਦਾਂ ਨਹੀਂ ਕਰ ਪਾ ਕਿ ਸ਼ਾਦਾਬ ਖਾਨ ਦੀ 2 ਸਾਲ ਦੀ ਜਗ੍ਹਾ ਵੀ ਪੱਕੀ ਹੋ ਗਈ ਜਦੋਂ ਉਹਨਾਂ ਦਾ ਬੱਲਾ ਚੱਲ ਕੇ 71 ਰਨ ਬਣਾਤੇ ਉਹਨਾਂ ਨੇ ਅੱਲਾ ਅੱਲਾ ਕਰਕੇ। ਇਹ ਤਾਂ ਬਿਲਕੁਲ ਠੀਕ, ਸੋਸ਼ਲ ਮੀਡੀਆ ਤੇ ਤਾਂ ਰਾਤ ਦੀ ਬਹਿਸ ਹੀ ਇਹੀ ਚੱਲਦੀ ਕਿ ਸ਼ਾਦਾਬ ਖਾਨ ਨੇ ਆਪਣੇ ਵਾਸਤੇ 2027 ਤੱਕ ਜਿਹੜਾ ਨਾ ਉਹ ਵਰਲਡ ਕੱਪ ਵਾਸਤੇ ਆਪਣੀ ਟੀਮ ਵਿੱਚ ਜਗ੍ਹਾ ਬਿਲਕੁਲ ਪੱਕੀ ਕਰ ਲਈ, ਕਿਉਂਕਿ ਪਰਫਾਰਮ ਕਰੇ ਨਾ ਕਰੇ ਪਹਿਲੇ ਵੀ ਪਰਫਾਰਮ ਨਹੀਂ ਕਰ ਰਹੇ ਸੀ, ਟੀਮ ਵਿੱਚ ਮੌਜੂਦ ਸੀ, ਹੁਣ ਤਾਂ ਉਹਨਾਂ ਨੇ 71 ਰਨਸ ਬਣਾ ਲਏ ਨੇ ਉਹਨਾਂ ਦੇ ਬੱਲੇ ਨੇ, ਹੁਣ ਤਾਂ ਉਹ ਟੀਮ ਦੇ ਨਾਲ ਚੱਲਣਗੇ ਹੀ ਚੱਲਣਗੇ। ਇਹ ਜਿਹੜੀ ਮੈਰਿਡ ਤੇ ਅਨਮੈਰਿਡ ਦੀ ਚੀਜ਼ਾਂ ਨੇ ਨਾ ਇਹ ਜਦੋਂ ਤੱਕ ਖਤਮ ਨਹੀਂ ਹੋਣਗੇ ਪਾਕਿਸਤਾਨ ਦੀ ਪਰਫਾਰਮੈਂਸ ਤੇ ਤਸਲਸਲ ਨਹੀਂ ਆ ਸਕਦਾ। ਤੁਸੀਂ ਦੇਖੋ ਬਾਬਰ ਆਜ਼ਮ ਨੂੰ ਤੁਸੀਂ ਫਲॉप ਕਰਨ ਵਾਸਤੇ ਪੂਰਾ ਪਲਾਨ ਬਣਾਇਆ, ਕੈਪਟਨਸੀ ਤੋਂ ਹਟਾਇਆ, ਉਹਨੂੰ ਮੁਖਤਲਿਫ ਜਗ੍ਹਾ ਤੋਂ ਹਟਾਇਆ, ਫਿਰ ਉਹਨਾਂ ਦੀ ਜਦੋਂ ਤੁਸੀਂ ਇੱਕ ਪਲੇਅਰ ਨੂੰ ਖਰਾਬ ਕਰਦੇ ਹੋ ਤੇ ਫਿਰ ਪਲੇਅਰ ਦੀ ਪਰਫਾਰਮੈਂਸ ਵੀ ਖਰਾਬ ਹੁੰਦੀ ਹੈ, ਉਹਦਾ ਦਿਮਾਗੀ ਜਿਹੜਾ ਇੱਕ ਤਵਾਜ਼ੁਨ ਬਣਿਆ ਹੁੰਦਾ, ਇੱਕ ਮੈਂਟਲੀ ਸਟਰੋਂਗ ਬੈਟਸਮੈਨ ਬਣਿਆ ਹੁੰਦਾ, ਉਹ ਸਾਰਾ ਕੁਝ ਖਰਾਬ ਹੁੰਦਾ ਹੈ। ਹੁਣ ਉਹੀ ਚੀਜ਼ਾਂ ਹੁਣ ਅਸੀਂ ਸ਼ਾਦਾਬ ਨੂੰ ਅਸੀਂ ਇੱਕ ਹੈਂਡ ਦਿੱਤਾ ਹੋਇਆ, ਬਿਲਕੁਲ ਪੁਸ਼ਅਪ ਦਿੱਤਾ ਹੋਇਆ ਕਿ ਤੂੰ ਭਾਈ ਪਰਫਾਰਮ ਕਰ ਨਾ ਕਰ, ਅਸੀਂ ਤੇਰੇ ਨਾਲ ਆ, ਤੂੰ ਟੀਮ ਵਿੱਚ ਹੈਗਾ ਹੀ ਹੈਗਾ। ਤੇ ਜਦੋਂ ਇਦਾਂ ਦੀ ਚੀਜ਼ਾਂ ਆ ਜਾਣਗੀਆਂ ਫਿਰ ਪਾਕਿਸਤਾਨ ਦਾ ਨੁਕਸਾਨ ਹੀ ਹੋਏਗਾ, ਪਾਕਿਸਤਾਨ ਹਾਰੇਗੀ, ਜਿੱਤ ਨਹੀਂ ਸਕੇਗੀ। ਤੇ ਇਹੀ ਚੀਜ਼ਾਂ ਜਿਹੜੀਆਂ ਜਦੋਂ ਤੱਕ ਖਤਮ ਨਹੀਂ ਹੋਣਗੀਆਂ ਪਾਕਿਸਤਾਨ ਟੀਮ ਵਿੱਚ ਬਿਹਤਰੀ ਨਹੀਂ ਆ ਸਕਦੀ। ਤੁਸੀਂ ਦੇਖੋ ਸਾਹਿਬਜ਼ਾਦਾ ਫਰਹਾਨ ਨੇ ਬੜਾ ਸਕੋਰ ਕੀਤਾ, ਡੋਮੈਸਟਿਕ ਵਿੱਚ ਬੜਾ ਅੱਛਾ ਪਰਫਾਰਮ ਕੀਤਾ, ਉਹ ਬੜੀ ਪਰਫਾਰਮੈਂਸ ਦੀ ਬੇਸ ਤੇ ਅੱਗੇ ਆਏ। ਇਦਾਂ ਹੀ ਅਰਫਾਤ ਮਿਨਹਾਸ ਨੂੰ ਦੇਖ ਲਓ ਕਿ ਅਰਫਾਤ ਮਿਨਹਾਸ ਬੜੇ ਅਰਸੇ ਤੋਂ ਜੋ ਹੈ ਉਹ ਪਰਫਾਰਮ ਕਰ ਰਹੇ ਸੀ, ਲੇਕਿਨ ਉਹਨਾਂ ਨੂੰ ਚਾਂਸ ਨਹੀਂ ਮਿਲ ਰਿਹਾ ਸੀ। ਜਦੋਂ ਚਾਂਸ ਮਿਲਿਆ ਉਹਨਾਂ ਨੇ ਪਰਫਾਰਮ ਕਰਕੇ ਦਿਖਾਇਆ। ਕੱਲ ਵੀ ਦੇਖੋ ਕਿ ਕੱਲ ਵੀ ਜ਼ਬਰਦਸਤ ਬੋਲਿੰਗ ਕੀਤੀ ਉਹਨਾਂ, ਲਾਈਨ ਔਰ ਲੈਂਥ ਉਹਨਾਂ ਦੀ ਨਜ਼ਰ ਆਉਂਦੀ ਹੈ ਕਿ ਲਾਈਨ ਔਰ ਲੈਂਥ ਬਹੁਤ ਆਲਾ ਹੈ ਉਹਦੀ। ਅਰਫਾਤ ਮਿਨਹਾਸ ਨੇ ਮਿਹਨਤ ਕੀਤੀ ਹੈ, ਮਿਹਨਤ ਦੇ ਬਾਅਦ ਉਹਨਾਂ ਨੂੰ ਸਿਲਾ ਮਿਲ ਰਿਹਾ ਹੈ। ਲੇਕਿਨ ਜਦੋਂ ਤੁਸੀਂ ਮਿਹਨਤ ਕਰਨ ਵਾਲੇ ਮੁੰਡੇ ਨੂੰ ਚਾਂਸ ਨਹੀਂ ਦੋਗੇ ਫਿਰ ਨੁਕਸਾਨ ਤਾਂ ਚੱਕੋਗੇ ਨਾ, ਜਿੱਧਰ ਚੱਕ ਰਹੇ ਹਾਂ ਅਸੀਂ ਮੁਸਲਸਲ ਨੁਕਸਾਨ। ਕੱਲ ਹਾਲਾਂਕਿ ਸੀਰੀਜ਼ ਜਿੱਤਣ ਦਾ ਗੋਲਡਨ ਚਾਂਸ ਸੀ, ਅਸੀਂ ਉਹ ਮੈਚ ਹੀ ਗਵਾ ਦਿੱਤਾ। ਹਾਲਾਂਕਿ 231 ਰਨ ਕੋਈ ਵੱਡਾ ਪਹਾੜ ਟੋਟਲ ਨਹੀਂ ਸੀ, ਨਾਰਮਲ ਜਿਹਾ ਟੋਟਲ ਸੀ, ਆਰਾਮ ਦੇ ਵਿਕਟ ਤੇ ਖੜੇ ਹੋ ਕੇ ਸਕੋਰ ਬਣਾ ਸਕਦੇ ਸੀ, ਲੇਕਿਨ ਅਸੀਂ ਸੀਰੀਅਸ ਹੀ ਨਹੀਂ ਲਿਆ, ਨਾ ਸਾਡੇ ਬੈਟਰਸ ਵਿਕਟ ਦੇ ਉੱਤੇ ਖੜੇ ਹੋਏ। ਕੋਈ ਵੱਡਾ ਟਾਰਗੇਟ ਨਹੀਂ ਸੀਗਾ, ਲੇਕਿਨ ਹਾਮਿਦ ਸਾਹਿਬ ਸ਼ਾਹੀਨ ਸ਼ਾਹ ਅਫਰੀਦੀ ਦੇ ਫੈਸਲੇ ਤੇ ਵੀ ਤਨਕੀਦ ਹੋ ਰਹੀ ਹੈ ਕਿ ਉਹਨਾਂ ਨੇ ਬੋਲਿੰਗ ਕਿਉਂ ਕੀਤੀ। ਉਹ ਵੀ ਮਹਿਮਾਨ ਟੀਮ ਦੇ ਖਿਲਾਫ ਮੌਕਾ ਸੀਗਾ ਕਿ ਅਸੀਂ 240 250 ਦਾ ਟਾਰਗੇਟ ਦਿੰਦੇ ਤਾਂ ਕਿ ਅਸੀਂ ਜਿਹੜੇ ਅੱਛੇ ਸਪਿਨਰਸ ਖਿਲਾਏ ਹੋਏ ਨੇ, ਇਬਰਾਰ ਅਹਿਮਦ ਦੀ ਅਸੀਂ ਵੀ ਗੱਲ ਕਰੀ ਤਾਂ ਅਰਫਾਤ ਵੀ ਚੰਗੀ ਬੋਲਿੰਗ ਕਰ ਲੈਂਦੇ ਆ, ਅਸੀਂ ਉਹਨਾਂ ਨੂੰ ਫੜ ਸਕਦੇ ਸੀਗੇ, ਲੇਕਿਨ ਸ਼ਾਹੀਨ ਦੇ ਪਤਾ ਨਹੀਂ ਜ਼ੇਨ ਵੀ ਡਰ ਬਹਿ ਗਿਆ, ਬੰਗਲਾਦੇਸ਼ ਸੀਰੀਜ਼ ਵਾਲਾ ਬਾਰ-ਬਾਰ ਬੋਲਿੰਗ ਹੀ ਕਰਦੇ ਪਏ ਨੇ। ਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸ਼ਾਹੀਨ ਸ਼ਾਹ ਅਫਰੀਦੀ ਨੇ ਇੱਕ ਮਾਈਂਡਸੈਟ ਬਣਾ ਲਿਆ ਕਿ ਟਾਸ ਜਿੱਤਣਾ ਹੈ ਤਾਂ ਫਿਰ ਬੋਲਿੰਗ ਹੀ ਕਰਨੀ ਹੈ, ਦੂਸਰੀ ਟੀਮ ਨੂੰ ਖਿਡਾਉਣਾ ਹੈ। ਅਗਰ ਤੁਸੀਂ ਦੇਖੋ ਤਾਂ ਲਾਹੌਰ ਦੇ ਪਿੱਚ ਬੜੇ ਸਪੋਰਟਿਵ ਹੁੰਦਾ ਹੈ, ਜਦੋਂ ਬਾਅਦ ਤੁਸੀਂ ਬੈਟਿੰਗ ਕਰਦੇ ਹੋ, ਜ਼ਬਰਦਸਤ ਕਿਸਮ ਦੀ ਬੋਲਿੰਗ ਕਰਦੇ ਹੋ, ਤੁਸੀਂ ਟੀਮ ਨੂੰ ਕਾਬੂ ਕਰ ਸਕਦੇ ਹੋ। ਸਾਡੇ ਕੋਲ ਸਪਿਨਰ ਵਰਲਡ ਕਲਾਸ ਨੇ, ਇਬਰਾਰ ਅਹਿਮਦ ਬੜੀ ਅੱਛੀ ਗੇਂਦਾਂ ਕਰ ਰਹੇ ਨੇ, ਫਿਰ ਅਰਫਾਤ ਮਿਨਹਾਸ ਬੜੀ ਆਊਟਸਟੈਂਡਿੰਗ ਗੇਂਦਾਂ ਕਰ ਰਹੇ ਨੇ। ਜਦੋਂ ਤੁਹਾਡੇ ਕੋਲ 2 ਅੱਛੇ ਸਪਿਨਰ ਹੋਣ ਤਾਂ ਤੁਸੀਂ ਵੱਡੀ ਤੋਂ ਵੱਡੀ ਟੀਮ ਨੂੰ ਵੀ ਫੜ ਸਕਦੇ ਹੋ। ਹਾਲਾਂਕਿ ਉਹਨਾਂ ਕੋਲ ਐਡਮ ਜ਼ੰਪਾ ਇੱਕ ਅੱਛਾ ਸਪਿਨਰ ਹੈ, ਜਿਹਦੀ ਵਜ੍ਹਾ ਤੋਂ ਉਹ ਕਹਿੰਦੇ ਨੇ ਅਸੀਂ ਸਪਿਨਰਜ਼ ਅੱਛਾ, ਸਾਡੇ ਕੋਲ ਸਟਰੋਂਗ ਹੈਂਡ ਹੈ। ਲੇਕਿਨ ਪਾਕਿਸਤਾਨ ਕੋਲ 2 ਅੱਛੇ ਸਪਿਨਰ ਨੇ, ਫਿਰ ਸਲਮਾਨ ਅਲੀ ਆਗਾ ਐਡੀਸ਼ਨ ਕਰ ਲੈਂਦੇ ਨੇ, ਖੁਦ ਦੇਖੋ ਸ਼ਾਹੀਨ ਸ਼ਾਹ ਅਫਰੀਦੀ ਕੱਲ 3 ਵਿਕਟਾਂ ਲੈ ਲੀਆਂ, ਹਾਰਿਸ ਰਊਫ ਨੇ 2 ਵਿਕਟਾਂ ਲੈ ਲੀਆਂ। ਪਾਕਿਸਤਾਨ ਕੋਲ ਸਪਿਨਰ ਤੇ ਫਾਸਟ ਬੋਲਿੰਗ ਜਿਹੜਾ ਕੰਬੀਨੇਸ਼ਨ ਸੀ ਉਹ ਅੱਛਾ ਸੀ, ਪਰਫਾਰਮ ਵੀ ਕਰ ਰਿਹਾ ਸੀ, ਲੇਕਿਨ ਅਸੀਂ ਉਹੀ ਫੈਸਲਾ ਕੀਤਾ ਜੇ ਟਾਸ ਜਿੱਤ ਕੇ ਅਸੀਂ ਬੋਲਿੰਗ ਕੀਤੀ ਹੈ ਕਿ ਟੀਮ ਨੂੰ ਜ਼ਿਆਦਾ ਜਲਦੀ ਨੱਪ ਲਾਂਗੇ ਤੇ ਫਿਰ ਉਹਦੇ ਬਾਅਦ ਸਕੋਰ ਚੇਸ ਕਰ ਲਾਂਗੇ। ਜਦੋਂ 200 ਤੋਂ ਉੱਤੇ ਸਕੋਰ ਹੋ ਜਾਂਦਾ ਫਿਰ ਪਾਕਿਸਤਾਨ ਵਾਸਤੇ ਚੇਜ਼ਿੰਗ ਜਿਹੜੀ ਹੈ ਉਹ ਕਾਫੀ ਮੁਸ਼ਕਿਲ ਨਜ਼ਰ ਆਉਂਦੀ ਹੈ। ਹੱਦ ਹਮੇਸ਼ਾ ਹੀ ਜਿਹੜੇ ਪਾਕਿਸਤਾਨ ਦਾ ਬੈਕ ਚੱਕ ਕੇ ਤੁਸੀਂ ਦੇਖ ਲਓ 250 ਦੇ ਨਜ਼ਦੀਕ ਸਕੋਰ ਜਾਂਦਾ ਤੇ ਪਾਕਿਸਤਾਨ ਚੇਜ਼ਿੰਗ ਵਾਸਤੇ ਲਾਲੇ ਪੈ ਜਾਂਦੇ ਨੇ ਕਿ ਪਾਕਿਸਤਾਨ ਦੇ ਬੈਟਸਮੈਨ ਇਦਾਂ ਹੋ ਜਾਂਦੇ ਨੇ ਕਿ ਬਹੁਤ ਵੱਡਾ ਪਹਾੜ ਸਕੋਰ ਹੋ ਗਿਆ, ਨਫਸਿਆਤੀ ਦਬਾਅ ਦਾ ਸ਼ਿਕਾਰ ਹੋ ਜਾਂਦੇ ਨੇ। ਕੱਲ ਵੀ ਇਹੀ ਨਜ਼ਰ ਆਇਆ ਕਿ ਪਾਕਿਸਤਾਨੀ ਟੀਮ ਨਫਸਿਆਤੀ ਤੌਰ ਤੇ ਦਬਾਅ ਦਾ ਸ਼ਿਕਾਰ ਨਜ਼ਰ ਆਈ ਬੈਟਿੰਗ ਵਿੱਚ, ਉਹਦੇ ਵਜ੍ਹਾ ਤੋਂ ਪੂਰੀ ਟੀਮ ਕੋਲੈਪਸ ਕਰ ਗਈ, ਟੌਪ ਆਰਡਰ ਕੋਲੈਪਸ ਕਰ ਗਿਆ। ਸ਼ਾਦਾਬ ਖਾਨ ਨੇ ਜਿੱਤਣ ਵਾਸਤੇ ਕੋਸ਼ਿਸ਼ ਕੀਤੀ ਲੇਕਿਨ ਟੇਲ ਐਂਡਰ ਨੇ ਸਾਥ ਨਹੀਂ ਦਿੱਤਾ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਮੈਚ ਹਾਰ ਗਿਆ। ਬਿਲਕੁਲ, ਜਦੋਂ ਵੀ ਅਸੀਂ ਚੇਸ ਕਰਦੇ ਹਾਂ ਸਾਨੂੰ ਅੱਜ ਵੀ ਯਾਦ ਆ 2023 ਦਾ ਵਰਲਡ ਕੱਪ ਜਾਂ 24 ਦੀ ਅਸੀਂ ਗੱਲ ਕਰੀਏ ਇੰਡੀਆ ਦੇ ਖਿਲਾਫ USA ਵਿੱਚ ਜਿਹੜਾ ਖੇਡਿਆ ਗਿਆ, ਸਾਡੇ ਕੋਲ 119 ਵੀ ਚੇਸ ਨਹੀਂ ਹੋਇਆ ਸੀ, ਉਹ ਜ਼ਖਮ ਅੱਜ ਵੀ ਤਾਜ਼ਾ ਨੇ।
ਤੇ ਜਿਵੇਂ ਤੁਸੀਂ ਗੱਲ ਕਰਦੇ ਪਏ ਐਡਮ ਜ਼ੈਂਪਾ ਦੀ, ਉਹਨਾਂ ਨੇ ਤਾਂ ਆਪਣਾ ਸਪਿਨਰ ਖਿਡਾਇਆ ਹੈ ਸਲੋ ਟਰਨਿੰਗ ਟਰੈਕ ਨੂੰ ਵੇਖ ਕੇ, ਲੇਕਿਨ ਸਾਨੂੰ ਅਕਲ ਕਦੋਂ ਆਏਗੀ? ਅਸੀਂ ਵੀ ਸੁਫਿਆਨ ਮੁਕੀਮ ਨੂੰ ਕਿਉਂ ਬਾਹਰ ਬਿਠਾਇਆ? ਉੱਤੇ ਵਿਚਾਰਾ ਪਰਫਾਰਮ ਕਰਕੇ ਥੱਕ ਗਿਆ, ਲੀਡਿੰਗ ਵਿਕਟ ਟੇਕਰ ਵੀ ਸੀਗਾ, ਅਸੀਂ ਉਹਨੂੰ ਕਿਸੇ ਖਾਤੇ ਲਿਖਦੇ ਹੀ ਨਹੀਂ ਹੈਗੇ। ਹੁਣ ਅਗਲਾ ਮੈਚ ਕੱਲ ਤੁਹਾਨੂੰ ਪਤਾ ਖੇਡਿਆ ਜਾਏਗਾ, ਤੁਹਾਨੂੰ ਲੱਗਦਾ ਹੈ ਕਿ ਉਹਨੂੰ ਮੌਕਾ ਲੱਭੇਗਾ ਜਾਂ ਫਿਰ ਨਾਲ ਅਹਿਮਦ ਦਾਨੀਆਲ ਜਾਂ ਨਸੀਮ ਨੂੰ ਵੀ ਆਪਾਂ ਟਰਾਈ ਕਰਾਂਗੇ? ਸਰ ਲੱਗ ਨਹੀਂ ਰਿਹਾ, ਜਿਹੜੇ ਹਾਲਾਤ ਨੇ ਪਾਕਿਸਤਾਨੀ ਟੀਮ ਦੇ, ਇਹਨਾਂ ਲੱਗ ਹੀ ਨਹੀਂ ਰਿਹਾ ਕਿਸੇ ਨੂੰ ਅਸੀਂ ਚਾਂਸ ਦੇਵਾਂਗੇ ਹੋਰ, ਕਿਉਂਕਿ ਸ਼ਾਦਾਬ ਖਾਨ ਨੂੰ ਖਿਡਾਣਾ, ਫਿਰ ਸ਼ਾਦਾਬ ਖਾਨ ਨੂੰ ਤੁਸੀਂ ਖਿਡਾਣਾ, ਤੁਸੀਂ ਸਮਝ ਦੀ ਜਗ੍ਹਾ ਤੇ ਬੈਟਸਮੈਨ ਦੇ ਤੌਰ ਤੇ ਖਿਡਾਓ ਨਾ। ਤੁਹਾਡੇ ਕੋਲ ਜਿਹੜਾ ਸਪੈਸ਼ਲੀ ਸਪਿਨਰ ਹੈ ਉਹਨੂੰ ਚਾਂਸ ਦਿਓ ਨਾ, ਸੁਫਿਆਨ ਮੁਕੀਮ ਨੂੰ, ਜਿਹੜਾ ਪਰਫਾਰਮ ਕਰਕੇ ਆ ਰਿਹਾ, ਮੁਸਲਸਲ ਵਿਕਟਾਂ ਲੈ ਰਿਹਾ। ਤੁਸੀਂ ਸਮਝ ਦੀ ਗੱਲ ਕਰਦੇ ਪਏ, ਚੰਗਾ ਨਹੀਂ ਹੋਏਗਾ ਕਿ ਸ਼ਾਦਾਬ ਦੀ ਜਗ੍ਹਾ ਮੌਕਾ ਦੇ ਦਿਓ ਉਹਨੂੰ? सर देख लो ना, शादाब की जगह मौका दे दो फिर भी बहुत अच्छा है, क्योंकि सफियान मुकीम तो बॉलर है ना, बॉलर पाकिस्तान को एक और स्पिनर आ जाएगा अच्छा, तो पाकिस्तान वास्ते एज है ना कि विकटा लेगा, घट तो घट देगा। शादाब खान तो 9 ओवर 56 रन दे के चले गए। अच्छा वर्ल्ड क्लास स्पिनर जो ਤੁਹਾਡੇ ਕੋਲ ਸਫਿਆਨ ਮੁਕੀਮ ਹੈ, ਜਿਹਨੇ PSL ਸਭ ਤੋਂ ਜ਼ਿਆਦਾ ਵਿਕਟਾਂ ਲਈਆਂ, ਬੜੀ ਆਊਟਸਟੈਂਡਿੰਗ ਗੇਂਦਾਂ ਕੀਤੀਆਂ, ਫਿਰ ਡੋਮੈਸਟਿਕ ਬੜਾ ਅੱਛਾ ਪਰਫਾਰਮ ਕੀਤਾ। ਤੁਸੀਂ ਉਹਨੂੰ ਬੈਂਚ ਤੇ ਬਿਠਾ ਕੇ ਜੋ ਨਫਸਿਆਤੀ ਦਬਾਅ ਦਾ ਸ਼ਿਕਾਰ ਕਰ ਦੋਗੇ, ਭਾਈ ਮੈਨੂੰ ਤਾਂ ਚਾਂਸ ਮਿਲਣਾ ਹੀ ਨਹੀਂ, ਫਿਰ ਉਹ ਬੰਦਾ ਨਾ ਡੋਮੈਸਟਿਕ ਉਹਦਾ ਪਰਫਾਰਮ ਕਰੇਗਾ, ਨਾ ਇੰਟਰਨੈਸ਼ਨਲੀ ਉਹਦਾ ਪਰਫਾਰਮ ਕਰ ਸਕੇਗਾ। ਜਦੋਂ ਇੱਕ ਬੰਦਾ ਪਰਫਾਰਮ ਕਰ ਰਿਹਾ ਤਸਲਸਲ ਨਾਲ, ਉਹਨੂੰ ਚਾਂਸ ਦਿਓ ਨਾ, ਜਦੋਂ ਚਾਂਸ ਦਓਗੇ ਤਾਂ ਪਲੇਅਰ ਬਣੇਗਾ। ਤੁਸੀਂ ਪਲੇਅਰ ਬਣਨ ਹੀ ਨਹੀਂ ਦੇ ਰਹੇ। ਬਿਲਕੁਲ, ਅਸੀਂ ਸਾਰੇ ਤਾਂ ਫਰਹਾਨ ਦੀ ਗੱਲ ਕਰਦੇ ਹਾਂ, ਤੇ ਬੜੇ ਜ਼ਬਰਦਸਤ ਫਾਰਮ ਵਿੱਚ ਸੀਗੇ PSL ਦੇ ਵਿੱਚ, ਲੇਕਿਨ ਪਤਾ ਨਹੀਂ ਉਹਨਾਂ ਨੂੰ ਆਸਟ੍ਰੇਲੀਆ ਦੇ ਖਿਲਾਫ ਕੀ ਹੋ ਗਿਆ। ਹੁਣ ਇਹ ਵੀ ਕਿਹਾ ਜਾ ਰਿਹਾ ਕਿ T20 ਪਰਫਾਰਮੈਂਸ ਉੱਤੇ ਉਹਨਾਂ ਨੂੰ ODI ਵਿੱਚ ਮੌਕਾ ਦੇ ਦਿੱਤਾ ਗਿਆ ਹੈ। ਚੰਗਾ ਨਾ ਹੁੰਦਾ ਉਹਨੂੰ T20 ਵਿੱਚ ਹੀ ਰੱਖਦੇ, ਤੇ ਫਖਰ ਜ਼ਮਾਨ ਸਾਡੀ ਬੈਡ ਲੱਕ ਹੈ ਕਿ ਇੰਜਰਡ ਨੇ, ਤੇ ਫਖਰ ਦਾ ਨਾ ਹੋਣਾ ਵੀ ਤੁਹਾਨੂੰ ਲੱਗ ਰਿਹਾ ਕਿ ਡੈਂਟ ਪਹੁੰਚਾ ਰਿਹਾ ਪਾਕਿਸਤਾਨ ਨੂੰ। जी बिल्कुल, देखो फखर जमान तो ऐसा बैटर है पाकिस्तान को ਜਿਹੜਾ ਸਿੰਗਲ ਹੈਂਡਡਲੀ ਮੈਚ ਨੂੰ ਕਨਵਰਟ ਕਰਦਾ, ਤੇ ਫਖਰ ਜ਼ਮਾਨ ਦੀ ਪਰਫਾਰਮੈਂਸ ਜਿਹੜੀ ਉਹ ਤਾਂ ਹਮੇਸ਼ਾ ਹੀ ਪਾਕਿਸਤਾਨ ਨੂੰ ਜ਼ਬਰਦਸਤ ਰਹੀ ਹੈ। ਜਦੋਂ ਪਾਕਿਸਤਾਨ ਨੂੰ ਜ਼ਰੂਰਤ ਪਈ ਹੈ, ਫਖਰ ਜ਼ਮਾਨ ਨੇ ਅਰਜੈਂਟਲੀ ਪਰਫਾਰਮ ਕੀਤਾ ਹੈ। ਹੁਣ ਵੀ ਫਖਰ ਜ਼ਮਾਨ ਦੀ ਇੰਜਰੀ ਹੋਈ ਹੈ, ਪਾਕਿਸਤਾਨ ਨੂੰ ਉਲਟਾ ਨੁਕਸਾਨ ਹੋਇਆ, ਕਿਉਂਕਿ ਫਖਰ ਜ਼ਮਾਨ ਹੋਵੇ ਤੇ ਪਾਕਿਸਤਾਨ ਕੋ ਇੱਕ ਅੱਛਾ ਓਪਨਰ ਆ ਜਾਂਦਾ ਹੈ, ਅੱਛਾ ਵਨ ਡਾਊਨ ਪਲੇਅਰ ਆ ਜਾਂਦਾ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਅੱਛਾ ਸਕੋਰ ਕਰ ਜਾਂਦਾ ਹੈ। ਸਾਈਮ ਅਯੂਬ ਨਹੀਂ ਹੈਗੇ, ਸਾਈਮ ਅਯੂਬ ਦੀ ਜਗ੍ਹਾ ਮਾਸ ਸਦਾਕਤ ਨੂੰ ਚਾਂਸ ਦਿੱਤਾ ਗਿਆ, ਮਾਸ ਸਦਾਕਤ ਵੀ ਉਹਦਾ ਪਰਫਾਰਮ ਨਹੀਂ ਕਰ ਸਕੇ। ਸਾਹਿਬਜ਼ਾਦਾ ਫਰਹਾਨ वनडे तो परफॉर्म नहीं कर सके, लेकिन T20 उन्होंने बड़ी जबरदस्त परफॉर्मेंस दी थी। हम उम्मीद कर रहे हैं कि आखिरी मैच है, लेकिन टीम में तब्दीली कोई नजर नहीं आ रही, क्योंकि जितना सिस्टम बनाया, जितना शाहीन शाह अफरीदी लैके टीम में चल रहे हैं, कोई तब्दीली नजर नहीं आ रही। कि यही नजर आ रहा है कि जो प्लेइंग 11 कल खेली सी, अज भी कल भी लास्ट फाइनल मैच में, क्योंकि सीरीज का डू एंड डाई है, जी जीतेगा वो सीरीज जित जाएगी, तो नजर यही आ रहा है कि वही प्लेइंग 11 खिडाई जाएगी, किसी को नवे बंदे को चांस नहीं दिता जाएगा। बिल्कुल जी, जे प्लेइंग 11 खिडाई जाएगी, फिर मैनू नहीं लगता कि अल्लाह ही खैर करे कि नतीजा निकलेगा। साड़ी तो दुआ है कि टीम जिते, क्योंकि फैसला कुन कल मैच है, सीरीज जितना साढ़े लिए बड़ा जरूरी है, क्योंकि असी हार के ना हुण थक गए हैं, साढ़े दिल किरचे हो गए। जिवें बांग्लादेश ने सानू हराया, उस तो पहले भी साढ़े जिहड़ी परफॉर्मेंस ने सब के सामने रही है। बहुत बहुत शुक्रिया आमिर साहब तुहाडा। इत्थे फिलहाल एक ब्रेक लैंदे, ब्रेक तो बाद वापस हाजिर होंगे। ब्रेक तो बाद खुश आमदीद जी। पाकिस्तान की नाकस परफॉर्मेंस बारे असीं गल करते पे। यूसुफ अंजुम साहब साडे नाल जुड़े ने। यूसुफ साहब वध जियानू जरा पाकिस्तान की जिहड़ी खराब परफॉर्मेंस रही है, इहदे बारे दसो कि कौन जिम्मेदार है। चलो शादाब के 71 रन आ गए हैं, हुण कहा जा रहा है कि अगले 2 साल वास्ते जगह पक्की हो गई है, लेकिन बॉलिंग की असीं गल करिए तो पिछले 5 मैच हो गए हैं, एक विकेट भी उन्होंने नहीं लभी। स्लो ट्रैकिंग है, जिहड़े साडे दीगर बॉलर ने वो फिर भी 2-2 3-3 विकटां लै रहे हैं। पुछो तो मैं समझदा कि असीं आप ते जिहड़े क्रिकेट फैन ने कोई जिम्मेदार होवे कि ਜਿਹੜੇ ਅਸੀਂ ਬਹੁਤ ਜ਼ਿਆਦਾ ਧੰਨਵਾਦ ਰੱਖ ਰਹੇ ਨੇ ਆਪਣੀ ਟੀਮ ਤੋਂ ਇੱਕ ਮੈਚ ਤੋਂ ਜਿੱਤਣ ਤੋਂ ਬਾਅਦ। ਅਸੀਂ ਸਮਝਦੇ ਹਾਂ ਕਿ ਸਾਨੂੰ ਹੁਣ ਸੁਪਰਸਟਾਰ ਮਿਲ ਰਹੇ ਨੇ ਤੇ ਹੁਣ ਜਿਹੜਾ ਸਾਡਾ ਫਿਊਚਰ ਹੈਗਾ ਸਿਕਿਉਰ ਹੋ ਗਿਆ ਹੈਗਾ। ਤੇ ਲੇਕਿਨ ਇਹ ਕਿ ਜਿਸ ਤਰ੍ਹਾਂ ਦੀ ਰਾਵਲਪਿੰਡੀ ਦੇ ਮੈਚ ਤੋਂ ਬਾਅਦ ਜੋ ਕਿ ਇਹਨਾਂ ਦਾ ਮੋਰਲ ਹਾਈ ਹੋਇਆ ਸੀ, ਕੱਲ ਬਿਲਕੁਲ ਹੀ ਮਾਯੂਸ ਕੀਤਾ ਇਹਨਾਂ ਨੇ ਜੀ। ਸਿਵਾਏ 2-3 ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਐਸਾ ਨਹੀਂ ਸੀ ਜਿੰਨੀ ਇਨਕੀ ਤਾਰੀਫ ਕੀਤੀ ਜਾ ਸਕੇ। ਸਾਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਸਾਰਾ ਵੀ ਬੈਟਿੰਗ ਦਾ ਇਨਸਾਰ ਹੈਗਾ ਉਹ ਬਾਬਰ ਆਜ਼ਮ ਤੇ ਰਹਿ ਗਿਆ ਹੈਗਾ। ਬਾਬਰ ਆਜ਼ਮ ਰਨ ਕਰੇਗਾ ਤਾਂ ਸਾਡੀ ਟੀਮ ਜਿੱਤੇਗੀ, ਅਗਰ ਨਹੀਂ ਰਨ ਕਰੇਗਾ ਤਾਂ ਸਾਡੀ ਟੀਮ ਨੂੰ ਸਟਰਗਲ ਕਰਨੀ ਪਵੇਗੀ। ਕੱਲ ਦਾ ਜਿਹੜਾ ਵਿਕਟ ਸੀ ਉਹ ਬੇਸਿਕਲੀ ਸਲੋ ਵਿਕਟ ਸੀ, ਜਿੰਦੇ ਦੇ ਤੁਸੀਂ ਵੱਡੀ ਹਿੱਟਾਂ ਨਹੀਂ ਮਾਰ ਸਕਦੇ ਸੀ। ਤੁਹਾਨੂੰ ਹਰ ਬਾਲ ਨੂੰ ਉਹਦੇ ਮੈਰਿਟ ਦੇ ਮੁਤਾਬਕ ਖੇਡਣਾ ਪੈਣ ਦੀ ਲੋੜ ਹੈਗੀ ਸੀ। ਤੇ ਮੈਂ ਸਮਝਦਾ ਕਿ ਕੱਲ ਜਿਹੜੀ ਹਕਮਤ ਅਮਲੀ ਹੈ ਸੀ ਮਹਿਮਾਨ ਟੀਮ ਦੀ ਆਸਟ੍ਰੇਲੀਆ ਦੀ, ਉਹ ਜ਼ਿਆਦਾ ਮੌਸਰ ਸਾਬਤ ਹੋਈ। ਉਹਨਾਂ ਨੇ ਪਾਕਿਸਤਾਨੀ ਟੀਮ ਨੂੰ ਜਿੰਨੇ ਵੀ ਬੈਟਰ ਸਨ ਉਹਨਾਂ ਨੂੰ ਇਨਕੇ ਫਸਾ ਕੇ ਆਊਟ ਕੀਤਾ ਹੈਗਾ, ਮਜਬੂਰ ਕੀਤਾ ਕਿ ਉਹ ਗਲਤੀਆਂ ਕਰਨ। ਵਿਕਟ ਬੇਸਿਕਲੀ ਜਿਨਕੇ ਕੋਈ ਬਹੁਤ ਜ਼ਿਆਦਾ ਉਹਨਾਂ ਨੂੰ ਸਪੋਰਟ ਨਹੀਂ ਮਿਲ ਰਹੀ ਸੀ ਬੈਟਿੰਗ ਲਾਈਨ ਨੂੰ, ਤੇ ਇਸ ਤਰ੍ਹਾਂ ਦੀ ਵਿਕਟ ਤੇ ਵਿਕਟ ਤੇ ਰੁਕ ਕੇ ਤੁਹਾਨੂੰ ਆਪਣੀ ਜਿਹੜੀ ਸ਼ਾਟ ਸਿਲੈਕਸ਼ਨ ਹੈਗੀ ਉਹਦਾ ਇੰਤਖਾਬ ਕਰਨਾ ਪੈਂਦਾ ਹੈਗਾ। ਤੇ ਸਾਡੇ ਮਾਸ ਸਦਾਕਤ ਇੱਕ ਲੱਕਲੀ ਉਹ ਆਪਣਾ ਇੱਕ ਇਨਸਾਈਡ ਐਜ ਹੋਣ ਦੀ ਵਜ੍ਹਾ ਤੋਂ ਆਊਟ ਹੋ ਗਿਆ। ਬਿਲਕੁਲ।
ਤੇ ਉਸ ਤੋਂ ਬਾਅਦ ਜਿਹੜਾ ਹੈ ਬਾਬਰ ਆਜ਼ਮ ਤੇ ਇਨਸਾਫ ਸੀ, ਬਾਬਰ ਆਜ਼ਮ ਤੇ ਵੀ ਜ਼ਿਆਦਾ ਟਰੈਪ ਕਰਨ ਚ ਕਾਮਯਾਬ ਰਹੇ ਉਹਨਾਂ ਨੂੰ, ਆਸਟ੍ਰੇਲੀਆ ਨੂੰ। ਮੈਂ ਅਕਸਰ ਵੇਖਿਆ ਕਿ ਜਿਹੜੇ ਸਾਡੇ ਜਿੰਨੇ ਵੀ ਬੈਟਿੰਗ ਲਾਈਨ ਹੈਗੀ ਆ ਜਾਂ ਬੋਲਰ ਵੀ ਤੁਸੀਂ ਦੇਖੋ ਜੀ, ਮੁਖਾਲਫ ਟੀਮਾਂ ਉਹਨਾਂ ਨੂੰ ਬਹੁਤ ਛੇਤੀ ਰੀਡ ਕਰ ਦਿੰਦੀਆਂ ਨੇ ਤੇ ਅਸੀਂ ਉਹ ਜਿਹੜੀ ਆਪਣੀ ਖਾਮੀ ਹੈਗੀ ਆ ਉਹਨਾਂ ਨੂੰ ਇੰਪਰੂਵ ਨਹੀਂ ਕਰਦੇ, ਉਹਨਾਂ ਨੂੰ ਦੂਰ ਨਹੀਂ ਕਰਦੇ। ਅਸੀਂ ਉਸੇ ਪਲਾਨ ਨਾਲ ਹੀ ਇਨਕੇ ਮੈਦਾਨ 'ਚ ਜਾਂਦੇ ਹੈਗੇ ਆ, ਜਿਹਦੀ ਵਜ੍ਹਾ ਤੋਂ ਸਾਨੂੰ ਇਹ ਸੂਰਜਾਲ ਵੇਖਣੀ ਪੈਂਦੀ। ਇੱਕ ਮੈਚ ਅਸੀਂ ਜਿੱਤ ਲਿਆ, ਇੱਕ ਮੈਚ ਹਾਰ ਗਿਆ, ਤੋ ਜਿਹੜਾ ਸਾਡਾ ਦਿਲ ਹੈਗਾ ਬਿਲਕੁਲ ਯਾਨੀ ਕਿ ਉਛਲਦਾ ਰਹਿੰਦਾ ਹੈਗਾ ਕਿ ਹੁਣ ਕੁਛ ਅੱਲਾ ਨਾ ਕਰੇ ਕਿ ਬੁਰਾ ਹੋ ਜਾਏ ਸਾਡੀ ਪਾਕਿਸਤਾਨੀ ਟੀਮ ਦੇ ਹਵਾਲੇ ਨਾਲ। ਰਾਤ ਵੀ ਇਹੀ ਦੇਖਿਆ ਕਿੰਨੇ ਸਾਰੇ ਯਾਨੀ ਕਿ ਗਰਮੀ ਚ ਲੋਕ ਆਏ ਸਨ, ਯਾਨੀ ਕਿ ਬਹੁਤ ਜ਼ਿਆਦਾ ਹਾਊਸਫੁਲ ਤਾਂ ਨਹੀਂ ਸੀ ਲੇਕਿਨ ਇੱਕ ਕਾਫੀ ਕੋਈ 12,000 ਤੋਂ ਜ਼ਿਆਦਾ ਦੇ ਕਰੀਬ ਲੋਕ ਇੱਥੇ ਜ਼ਰੂਰ ਮੌਜੂਦ ਸਨ। ਸਭ ਨੂੰ ਇਸ਼ਤਿਆਕ ਸੀ ਕਿ ਬਾਬਰ ਆਜ਼ਮ ਸੈਂਚੁਰੀ ਕਰੇ, ਪਾਕਿਸਤਾਨ ਟੀਮ ਜਿੱਤੇ, ਲੇਕਿਨ ਆਖਰ ਚ ਉਹਨਾਂ ਦੇ ਸਿਰਫ ਮਾਯੂਸੀ ਆਈ ਹੈਗੀ। ਬਿਲਕੁਲ ਜੀ, ਸਹੀ ਆਖਿਆ ਕਿ ਸ਼ਾਇਕੀਨ ਦਾ ਜਿਹੜਾ ਜੋਸ਼ੋ ਜਜ਼ਬਾ ਹੈ ਉਹ ਕਾਬਲੇ ਦੀਦ ਹੈਗਾ। ਜ਼ਰਾ ਸ਼ਾਹੀਨ ਸ਼ਾਹ ਅਫਰੀਦੀ ਬਾਰੇ ਦੱਸੋ ਕਿ ਉਹਨਾਂ ਦਾ ਜਿਹੜਾ ਫੈਸਲਾ ਕੀਤਾ ਹੈ ਪਹਿਲਾਂ ਬੋਲਿੰਗ ਕਰਨ ਦਾ, ਉਹਦੇ ਉੱਤੇ ਵੀ ਤਨਕੀਦ ਹੋ ਰਹੀ ਹੈ ਕਿ ਮਹਿਮਾਨ ਟੀਮ ਹੈ, ਤੁਸੀਂ ਪਹਿਲਾਂ ਬੈਟਿੰਗ ਕਰੋ, 250 260 ਸਕੋਰ ਕਰੋ ਤਾਂ ਕਿ ਤੁਹਾਨੂੰ ਹਮੇਸ਼ਾ ਪਤਾ ਹੈ ਕਿ ਅਸੀਂ ਚੇਜ਼ਿੰਗ ਵਿੱਚ ਘਬਰਾਉਂਦੇ ਹਾਂ। ਵਰਲਡ ਕੱਪ ਵਿੱਚ ਤੁਹਾਨੂੰ ਯਾਦ ਹੈ ਇੰਡੀਆ ਦੇ ਖਿਲਾਫ 2024 ਵਿੱਚ 119 ਰਨ ਵੀ ਸਾਡੇ ਕੋਲ ਚੇਜ਼ ਨਹੀਂ ਹੋਇਆ ਸੀਗਾ, ਤੇ ਇਵੇਂ ਦਾ ਗਲਤ ਫੈਸਲਾ ਕਿਉਂ ਕਰ ਰਹੇ ਨੇ? ਕੋਈ ਕੰਡੀਸ਼ਨ ਨੂੰ ਸਹੀ ਤਰ੍ਹਾਂ ਰੀਡ ਨਹੀਂ ਕਰ ਪਾ ਰਹੇ? ਦੇਖੋ ਮੁਫਾਦ ਜੀ, ਜਿਹੜਾ ਮੈਂ ਸਮਝਦਾ ਕਿ ਜਿਹੜਾ ਕੱਲ ਉਹਨਾਂ ਨੇ ਫੈਸਲਾ ਕੀਤਾ ਸੀ ਸ਼ਾਹੀਨ ਸ਼ਾਹ ਅਫਰੀਦੀ, ਉਹਦੀ ਮੇਨ ਵਜ੍ਹਾ ਸੀ ਕਿ ਬਾਅਦ ਚ ਬੈਟਿੰਗ ਕਰਦੇ ਹੋਏ ਨਾ ਵਿਕਟ ਜ਼ਰਾ ਆਸਾਨ ਹੋ ਜਾਂਦੀ ਸੀ ਇੱਥੇ, ਕਿਉਂਕਿ ਪਤਾ ਥੋੜੀ ਜਿਹੀ ਡਿਊ ਵੀ ਪੈਂਦੀ ਸੀ। ਜਿਹੜੇ PSL ਦੇ ਮੈਚਸ ਵੀ ਦੇਖੇ ਨੇ ਜੀ, ਲਾਹੌਰ ਵਿੱਚ ਡਿਊ ਪੈਣ ਦੀ ਵਜ੍ਹਾ ਜਿਹੜੀ ਬਾਅਦ ਚ ਟੀਮ ਚੇਜ਼ ਕਰਦੀ ਸੀ ਉਹਦੇ ਲਈ ਐਡਵਾਂਟੇਜ ਹੁੰਦਾ ਸੀ। ਲੇਕਿਨ ਕਿਉਂਕਿ ਰਾਤੀ ਇੱਥੇ ਆਪਣਾ ਇੱਕ ਤਾਂ ਅਸੀਂ ਜ਼ਿਆਦਾ ਸਕੋਰ ਕਰਾਉਣ ਚ ਕਾਮਯਾਬ ਹੋ ਗਏ, ਹਾਲਾਂਕਿ ਆਸਟ੍ਰੇਲੀਆ ਟੀਮ ਨੂੰ ਜਲਦੀ ਕਾਬੂ ਕੀਤਾ ਜਾ ਸਕਦਾ ਸੀ ਤੇ ਅਸੀਂ ਜਿਹੜੀ ਸਾਡੀ ਬੋਲਿੰਗ ਸੀ ਉਹ ਤਵੱਕੁਆਤ ਦੇ ਮੁਤਾਬਕ ਉਹਨਾਂ ਨੂੰ ਜ਼ਿਆਦਾ ਰਨਸ ਰੋਕਣ ਤੋਂ ਨਹੀਂ ਰੋਕ ਸਕੀ ਜੀ। ਤੇ ਦੂਸਰਾ ਇਹ ਕਿ ਜਦੋਂ ਸਾਡੀ ਪਾਕਿਸਤਾਨ ਟੀਮ ਦੀ ਬੈਟਿੰਗ ਸੀ ਤੇ ਉਦੋਂ ਇੱਥੇ ਹਵਾ ਬਹੁਤ ਚੱਲ ਰਹੀ ਸੀ, ਜਿਹੜਾ ਵੈਦਰ ਸੀ ਥੋੜਾ ਕਲਾਉਡੀ ਹੋ ਗਿਆ ਸੀ, ਜਿੰਨੀ ਵਜ੍ਹਾ ਤੋਂ ਇੱਥੇ ਔਸ ਨਹੀਂ ਪਈ ਤੇ ਕਿਉਂਕਿ ਹਵਾ ਚੱਲ ਰਹੀ ਸੀ, ਤੇਜ਼ ਹਵਾ ਚੱਲ ਰਹੀ ਸੀ, ਇਹਦਾ ਜਿਹੜਾ ਐਡਵਾਂਟੇਜ ਚਲਾ ਗਿਆ ਆਸਟ੍ਰੇਲੀਆ ਦੀ ਬੋਲਿੰਗ ਲਾਈਨ ਨੂੰ। ਉਹਨਾਂ ਨੇ ਯਾਨੀ ਕਿ ਤੁਹਾਨੂੰ ਪਤਾ ਕਿ ਆਪਣਾ ਜਿਹੜੀ ਉਹਨਾਂ ਦੀ ਜਿਹੜੀ ਕੰਬੀਨੇਸ਼ਨ ਸੀ ਜ਼ਰਾ ਅੱਛਾ ਬਣਿਆ ਸੀ। ਉਹਨਾਂ ਨੇ ਆਪਣੇ ਕੁਝ 7 ਤੋਂ 8 ਬਾਲਰ ਸੀ ਕੱਲ ਟਰਾਈ ਕੀਤੇ ਸਨ, ਜਿੰਨੇ ਜ਼ਿਆਦਾ ਉਹਨਾਂ ਦਾ ਆਪਸ਼ਨ ਸੀ ਕਿ ਸਪਿਨਰ ਤੇ ਨੂੰ ਅਜ਼ਮਾਇਆ ਜਾਵੇ। ਇਹਦੀ ਵਜ੍ਹਾ ਤੋਂ ਉਹਨਾਂ ਨੇ ਯਾਨੀ ਕਿ ਫੀਲਡਿੰਗ ਅੱਛੀ ਕੀਤੀ, ਜਿਹਦੇ ਵਿੱਚ ਕਾਮਯਾਬੀ ਉਹਨਾਂ ਦੇ ਹਿੱਸੇ ਚ ਆਈ ਹੈਗੀ। ਹੁਣ ਦੇਖ ਲਓ ਤੀਸਰਾ ਮੈਚ ਹੈਗਾ ਕਿ ਮੈਨੂੰ ਤਾਂ ਜਿਸ ਤਰ੍ਹਾਂ ਲੱਗ ਰਿਹਾ ਕਿ ਡਰ ਲੱਗ ਰਿਹਾ ਕਿ ਪਾਕਿਸਤਾਨੀ ਟੀਮ ਸ਼ਾਇਦ ਤੀਜਾ ਮੈਚ ਵੀ ਨਾ ਹਾਰ ਜਾਵੇ। ਬਿਲਕੁਲ, ਡਰ ਤਾਂ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਹੈ ਕਿ ਜਿੱਦਾਂ ਪਰਫਾਰਮੈਂਸ ਰਹੀ ਹੈ ਪਾਕਿਸਤਾਨ ਦੀ ਓਵਰਆਲ ਉੱਤੇ ਸਵਾਲੀਆ ਨਿਸ਼ਾਨ ਵੀ ਹੈ, ਲੇਕਿਨ ਸਾਡੀ ਟੀਮ ਅਸੀਂ ਉਹਨਾਂ ਨੂੰ ਬੈਕ ਤੇ ਕਰਨਾ ਹੈ। ਉਮੀਦ ਕਰਦੇ ਹਾਂ ਜੀ ਕੱਲ ਅਸੀਂ ਆਖਰੀ ਮੈਚ ਜਿੱਤੀਏ ਤੇ ਇਹ ਸੀਰੀਜ਼ ਵੀ ਆਪਣੇ ਨਾਲ ਨਾਮ ਕਰੀਏ। ਤੇ ਬਹੁਤ ਬਹੁਤ ਸ਼ੁਕਰੀਆ ਯੂਸਫ ਸਾਹਿਬ ਤੁਹਾਡੇ ਵਕਤ ਦਾ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਜ਼ਰੀਨ।